सिख जिहड़ा नौजवान ਉਹਦੇ ਮਨ 'ਚ ਇੱਕ ਗੱਲ ਆਈ ਕਿ ਗੱਲ ਗਿਣਤੀ ਦੀ ਨਹੀਂ ਹੈਗੀ, ਗੱਲ ਅਕੀਦੇ ਦੀ ਆ ਕਿ ਤੁਸੀਂ ਆਪਣੇ ਸਿਧਾਂਤ ਤੇ ਟਿਕੇ ਹੋ। ਜਿੱਡੀਆਂ ਮਰਜ਼ੀ ਵੱਡੀਆਂ ਗਿਣਤੀਆਂ ਹੋਣ ਪਰ ਸਾਡੇ ਪੈਰ ਨਹੀਂ ਉਖੜਨੇ ਚਾਹੀਦੇ। ਫੂਕੋਯਾਮਾ ਨੇ ਕਿਤਾਬ ਲਿਖੀ ਐਂਡ ਆਫ ਹਿਸਟਰੀ, ਤਾਂ ਉਹਦਾ ਮਤਲਬ ਇਹ ਸੀ ਕਿ ਹੁਣ ਤਖਤੇ ਵੀ ਪਲਟੇ ਜਾਣਗੇ, ਲੜਾਈਆਂ ਵੀ ਹੋਣਗੀਆਂ, ਤਖਤੇ ਵੀ ਪਲਟੇ ਜਾਣਗੇ, ਪਰ ਅਲਟੀਮੇਟ ਸੱਚ ਇਹ ਆ ਕਿ ਆਰਡਰ ਕੈਪੀਟਲਿਜ਼ਮ ਦਾ ਹੀ ਰਹਿਣੀ ਡੈਮੋਕ੍ਰੇਸੀ ਆ। ਜਿਹੜੀ ਸਿੱਖ ਲੜਾਈ ਆ ਉਹਦੇ ਵਿੱਚ ਤਿੰਨ ਪੱਖ ਅਹਿਮ ਨੇ, ਆਇਡੈਂਟੀਟੀ, ਸੋਵਰੇਨਿਟੀ ਤੇ ਆਰਡਰ, ਵਰਲਡ ਆਰਡਰ। ਜਿਹੜਾ ਡੈਮੋਕ੍ਰੈਟਿਕ ਵਰਲਡ ਆਰਡਰ ਸੀ ਕਿ ਉਹ ਡਿੱਗਣ ਜਾ ਰਿਹਾ, ਕਿ ਹੁਣ ਥਿਓਕ੍ਰੈਟਿਕ ਸਟੇਟ ਜਿਹੜੀ ਆ ਉਹਦਾ ਉਭਾਰ ਹੋ ਰਿਹਾ। ਹੁਣ ਇੱਕ ਲੰਮੇ ਪੀਰੀਅਡ ਦੇ ਵਿੱਚ, ਬਹੁਤ ਲੰਮੇ ਪੀਰੀਅਡ ਦੇ ਵਿੱਚ ਇਹ ਦੇਖਿਆ ਗਿਆ ਕਿ ਡੈਮੋਕ੍ਰੇਸੀ ਦੇ ਅੰਦਰ ਕਿੰਨੀ ਹਿੰਸਾ ਪਈ ਹੁੰਦੀ ਆ। ਜਿਸ ਵੇਲੇ ਜੁਝਾਰੂ ਲਹਿਰ ਚੱਲ ਰਹੀ ਸੀ ਉਸ ਵੇਲੇ ਵੀ ਕਮੈਂਟ ਕੀਤਾ ਜਾਂਦਾ ਸੀਗਾ ਕਿ ਜਦੋਂ ਨੇਸ਼ਨ ਸਟੇਟ ਖੁਰ ਰਹੀ ਸੀਗੀ ਤੇ ਸਿੱਖ ਜਿਹੜੇ ਸੀਗੇ ਉਹ ਨੇਸ਼ਨ ਸਟੇਟ ਲਈ ਲੜ ਰਹੇ ਸੀ। ਹਕੀਕਤ ਇਹ ਨਹੀਂ ਸੀਗੀ। ਸਿੱਖਾਂ ਦੇ ਵਿੱਚ ਆਮ ਤੌਰ ਤੇ ਪ੍ਰਚਲਿਤ ਧਾਰਾ ਹੈ ਕਿ ਅਸੀਂ ਅਫਗਾਨਾਂ ਦੇ ਮੂੰਹ ਮੋੜੇ ਆ, ਉਹਨਾਂ ਨੂੰ ਹਰਾਇਆ, ਤੇ ਪਰ ਅੱਜ ਉਹ ਗੱਲ ਕਹਿੰਦੇ ਆ, ਕਈ ਲੋਕ ਟਿਚਰਾਂ ਵੀ ਕਰਦੇ ਆ ਕਿ ਅਫਗਾਨਾਂ ਨੇ ਦੇਖੋ ਲੜ ਕੇ ਤੇ ਆਪਣੀ ਧਰਤੀ ਤੋਂ ਬਗਾਨਿਆਂ ਨੂੰ ਭਜਾਇਆ, ਆਪਣੀ ਆਜ਼ਾਦੀ ਹਾਸਲ ਕਰ ਲਈ ਆ। ਅੰਦਰੂਨੀ ਬਸਤੀਵਾਦ ਦੇ ਵਿੱਚ ਉਹ ਇਹ ਨਹੀਂ ਸਮਝ ਰਹੇ ਕਿ ਪੰਜਾਬ ਇੰਡੀਅਨ ਸਟੇਟ ਦੀ ਕਲੋਨੀ ਆ, ਉਹ ਗੁਲਾਮ ਨੇ ਇੰਡੀਆ ਦੇ ਵਿੱਚ। ਦੇਖੋ ਜਿਹੜਾ ਤਾਲੀਬਾਨ ਦਾ ਬਿਆਨ ਆ ਨਾ ਉਹ ਬਹੁਤ ਇੰਪੋਰਟੈਂਟ ਆ ਕਸ਼ਮੀਰ ਬਾਰੇ ਜਿਹੜਾ ਦਿੱਤਾ ਉਹਨਾਂ ਨੇ, ਵੀ ਕਸ਼ਮੀਰ ਬਾਰੇ ਅਸੀਂ ਗੱਲ ਕਰਨ ਦੇ ਹੱਕਦਾਰ ਆ। ਉਹ ਜਿੱਦਾਂ ਹੀ ਐਸਟੈਬਲਿਸ਼ ਹੁੰਦੇ ਆ, ਸਟੇਬਲ ਹੁੰਦੇ ਆ ਉੱਥੇ ਪੂਰੀ ਤਰ੍ਹਾਂ ਤਾਲੀਬਾਨ, ਤੇ ਉਹ ਜਿਹੜਾ ਹੈਗਾ ਵਾ ਆਰਮਡ ਜਿਹੜੀ ਹੈਗੀ ਆ ਸਟਰਗਲ ਦੇ ਵਿੱਚ ਪਾਰਟਿਸਿਪੇਸ਼ਨ ਕਰਨ ਦੀ ਪੂਰੀ ਸੰਭਾਵਨਾ ਵਾ ਜੇ ਅਸੀਂ ਉਹਨੂੰ ਐਨਾਲਿਸਿਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਸਿੱਖ ਚਿੰਤਕ ਸਰਦਾਰ ਪ੍ਰਭਜੋਤ ਸਿੰਘ। ਪ੍ਰਭਜੋਤ ਸਿੰਘ ਨੇ ਸਿੱਖ ਮੂਵਮੈਂਟ ਬਾਰੇ, ਸਿੱਖ ਸਿਆਸਤ ਬਾਰੇ ਤੇ ਦੁਨੀਆ ਭਰ ਵਿੱਚ ਵਾਪਰਦੀਆਂ ਘਟਨਾਵਾਂ ਦੇ ਸਿੱਖ ਨਜ਼ਰੀਏ ਬਾਰੇ ਵੱਖ-ਵੱਖ ਲੇਖ ਲਿਖੇ ਨੇ ਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਥਾਵਾਂ ਤੇ ਤਕਰੀਰਾਂ ਕੀਤੀਆਂ ਨੇ। ਤੁਸੀਂ ਪਹਿਲਾਂ ਵੀ ਇਹਨਾਂ ਦੇ ਲੇਖ ਪੜ੍ਹ ਚੁੱਕੇ ਹੋਵੋਗੇ, ਇਹਨਾਂ ਦੀਆਂ ਤਕਰੀਰਾਂ ਸੁਣ ਚੁੱਕੇ ਹੋਵੋਗੇ। ਅੱਜ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਇਸ ਖਿੱਤੇ ਦੇ ਵਿੱਚ, ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਤੇ ਸਿੱਖਾਂ ਦਾ ਖਿੱਤਾ ਜੋ ਇਹ ਪੰਜਾਬ ਆ, ਇਸ ਦੇ ਗੁਆਂਢ ਦੇ ਵਿੱਚ ਜੋ ਵੱਡੀ ਸਿਆਸੀ ਤਬਦੀਲੀ ਹੋ ਰਹੀ ਆ, ਖਾਸ ਕਰਕੇ ਜੋ ਅਫਗਾਨਿਸਤਾਨ ਦੇ ਵਿੱਚ ਵਾਪਰ ਰਿਹਾ ਹੈ। ਜਿਵੇਂ ਤਾਲਿਬਾਨ ਨੇ ਬੀਤੇ ਦਿਨੀ ਅਫਗਾਨਿਸਤਾਨ ਦੇ ਵਿੱਚ ਆਪਣੀ ਨਵੀਂ ਸਰਕਾਰ ਦਾ ਐਲਾਨ ਕੀਤਾ ਆ, ਤੇ ਇਸ ਸਿਆਸੀ ਤਬਦੀਲੀ ਦੇ ਨਾਲ ਜੋ ਪੈਣ ਵਾਲੇ ਪ੍ਰਭਾਵ ਨੇ ਜਾਂ ਇਸ ਸਿਆਸੀ ਤਬਦੀਲੀ ਬਾਰੇ ਸਰਦਾਰ ਪ੍ਰਭਜੋਤ ਸਿੰਘ ਦਾ ਕੀ ਨਜ਼ਰੀਆ ਆ, ਉਸ ਸੰਬੰਧੀ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਮੈਂ ਸਰਦਾਰ ਪ੍ਰਭਜੋਤ ਸਿੰਘ ਨੂੰ ਆਪਣੇ ਇਸ ਪ੍ਰੋਗਰਾਮ ਤੇ ਜੀ ਆਇਆਂ ਨੂੰ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭਜੋਤ ਸਿੰਘ ਜੀ, ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਇਹੀ ਆ ਕਿ ਅਸੀਂ ਦੇਖਿਆ ਕਿ ਜਿਵੇਂ ਅਫਗਾਨਿਸਤਾਨ ਦੇ ਵਿੱਚ ਤਖਤਾ ਪਲਟ ਹੋਇਆ, 20 ਸਾਲਾਂ ਦੀ ਲੰਮੀ ਲੜਾਈ ਤੋਂ ਬਾਅਦ ਤਾਲਿਬਾਨ ਨੇ ਮੁੜ ਸੱਤਾ ਹਾਸਲ ਕੀਤੀ ਆ, ਤੇ ਇਸ ਤਬਦੀਲੀ ਦੇ ਉੱਤੇ ਪੰਜਾਬ ਤੋਂ ਵੀ ਪ੍ਰਤੀਕਰਮ ਦੇਖਣ ਨੂੰ ਮਿਲਿਆ, ਖਾਸ ਕਰਕੇ ਸਿੱਖ ਹਿੱਸਿਆਂ ਦੇ ਵਿੱਚੋਂ। ਤੇ ਉਹ ਪ੍ਰਤੀਕਰਮ ਦੋ ਤਰ੍ਹਾਂ ਦਾ ਸੀ। ਇੱਕ ਤਾਂ ਬੜੀ ਖੁਸ਼ੀ ਜ਼ਾਹਰ ਕੀਤੀ ਗਈ ਕਿ ਬੜੀ ਵੱਡੀ ਤਾਲਿਬਾਨ ਦੀ ਜਿੱਤ ਹੋਈ ਆ, ਉਹਨਾਂ ਦੀ ਖੁਸ਼ੀ ਦੇ ਨਾਲ ਸਾਂਝ ਪਾਈ ਗਈ, ਪਰ ਇੱਕ ਹਿੱਸੇ ਦੇ ਵੱਲੋਂ ਇਸ ਖੁਸ਼ੀ ਦੇ ਉੱਤੇ ਇਤਰਾਜ਼ ਵੀ ਪ੍ਰਗਟ ਕੀਤੇ ਗਏ। ਤਾਂ ਜਿਹੜਾ ਇਹ ਸਿੱਖ ਸਫਾਂ ਦੇ ਵਿੱਚ, ਖਾਸ ਕਰਕੇ ਇਹ ਜਿਹੜੀਆਂ ਸਿੱਖ ਸੰਘਰਸ਼ੀ ਸਫਾਂ ਨੇ ਜਾਂ ਉਹ ਨੌਜਵਾਨ ਨੇ ਜਿਹੜੇ ਸਿੱਖ ਸੰਘਰਸ਼ ਨੂੰ, ਸਿੱਖ ਮੂਵਮੈਂਟ ਨੂੰ ਪੜ੍ਹਦੇ ਰਹਿੰਦੇ ਨੇ, ਨੇੜਿਓਂ ਵਾਚਦੇ ਨੇ, ਉਹਨਾਂ ਦੇ ਵਿੱਚ ਜਿਹੜੀਆਂ ਦੋ ਤਰ੍ਹਾਂ ਦੀਆਂ ਧਾਰਾਵਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਕ ਸਿਆਸੀ ਤਬਦੀਲੀ ਬਾਰੇ, ਇਹਨਾਂ ਦੀ ਜੜ ਤੁਸੀਂ ਕਿੱਥੇ ਦੇਖਦੇ ਹੋ? ਦੇਖੋ ਗੱਲ ਇਹ ਆ ਕਿ ਜਿਹੜੇ ਬੰਦਿਆਂ ਨੇ ਆਲੋਚਨਾ ਕੀਤੀ ਹੈ ਨਾ, ਉਹਨਾਂ ਦਾ ਵੀ ਤਰਕ ਹੈ ਆਪਣਾ, ਪਰ ਉਹ ਜਿਨ੍ਹਾਂ ਨੇ ਪ੍ਰਸ਼ੰਸਾ ਕੀਤੀ ਆ ਜਾਂ ਉਹਨੂੰ ਪੋਜ਼ਿਟਿਵ ਨਜ਼ਰੀਏ ਨਾਲ ਦੇਖਿਆ, ਉਹ ਉਹਨਾਂ ਦੇ ਮਨ ਨੂੰ ਪੜ੍ਹ ਨਹੀਂ ਸਕੇ, ਰੀਡ ਨਹੀਂ ਕਰ ਸਕੇ ਵੀ ਉਹ ਪ੍ਰਸ਼ੰਸਾ ਅਸਲ ਦੇ ਵਿੱਚ ਤਾਲਿਬਾਨ ਦੀ ਨਹੀਂ ਹੈਗੀ, ਐਜ਼ ਸੱਚ ਤਾਲਿਬਾਨ ਦੀ ਨਹੀਂ ਹੈਗੀ। ਜਿਹੜੀ ਹੈਗੀ ਆ
ਇਹ ਇੱਕ ਸਿੱਖਾਂ ਦੇ ਅੰਦਰ ਇੱਕ ਹੀਣ ਭਾਵਨਾ ਵਾ, ਉਹ ਹੁਣ ਤੋਂ ਨਹੀਂ ਹੈਗੀ। ਜਦ ਤੋਂ ਜਿਹੜੀ ਡੈਮੋਕ੍ਰੈਟਿਕ ਪੋਲਿਟਿਕਸ ਜਿਹੜੀ ਹੈਗੀ ਆ, ਸਿਰਾਂ ਦੀ ਗਿਣਤੀ ਵਾਲੀ ਪੋਲਿਟਿਕਸ ਜਿਹੜੀ ਹੈਗੀ ਆ ਤੁਰੀ ਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਜਾਂ ਉਸ ਤੋਂ ਪਹਿਲਾਂ ਰਾਜ ਜਿਹੜਾ ਸੀਗਾ ਉਹਦਾ ਆਧਾਰ ਕੀ ਸੀ ਕਿ ਤੁਹਾਡੀ ਬਹਾਦਰੀ ਸੀ, ਤੁਹਾਡੀ ਸਿਧਾਂਤਕ ਲੈਵਲ ਤੇ ਤੁਸੀਂ ਸੁੱਚਤਾ ਰੱਖਦੇ ਸੀ ਤੇ ਆਪਣੇ ਗੁਰੂ ਦੇ ਸਿਧਾਂਤ ਤੇ ਤੁਰਦੇ ਹੋਏ ਆਪਣੀ ਬਹਾਦਰੀ ਨਾਲ ਆਪਣੇ ਖਿੱਤੇ ਦੇ ਵਿੱਚ ਰਾਜ ਕਾਇਮ ਕਰਦੇ ਸੀ। ਪਰ ਜਿੱਦਾਂ ਡੈਮੋਕ੍ਰੇਸੀ ਆਈ ਤੇ ਉਸ ਵੇਲੇ ਬੜੀ ਕਨਫਿਊਜ਼ਨ 1947 ਵੇਲੇ ਵੀ ਰਹੀ ਤੇ ਹੀਣ ਭਾਵਨਾ ਜਾਗੀ ਸਿੱਖ ਲੀਡਰਸ਼ਿਪ ਦੇ ਸਾਹਮਣੇ। ਜਿਹੜੀ ਹੁਣ ਜਿੱਤ ਹੋਈ ਆ, ਇਹ ਜਿੱਤ ਹੋਈ ਆ USA ਅਮਰੀਕਾ ਦੇ ਖਿਲਾਫ ਜਿੱਤ ਹੋਈ ਆ ਤਾਲਿਬਾਨ ਦੀ। ਹੁਣ USA ਕੋਈ ਆਮ ਤਾਕਤ ਤਾਂ ਹੈ ਨਹੀਂ, USA ਵਰਲਡ ਦੀ ਪਾਵਰ ਆ, ਜਿਹਨੂੰ ਆਮ ਬੋਲੀ 'ਚ ਸਾਰੇ ਲੋਕ ਕਹਿੰਦੇ ਵੀ ਦੁਨੀਆ ਦਾ ਥਾਣੇਦਾਰ ਆ ਇਹ। ਤੇ ਉਹਦੇ ਕੋਲ ਦੁਨੀਆ ਦੇ ਜਿਹੜੇ ਹੈਗੇ ਨੇ ਜਿਹੜੇ ਸਿਰੇ ਦੇ ਹਥਿਆਰ ਨੇ, ਬੇਸ਼ਕੀਮਤੀ ਜਾਂ ਤੁਸੀਂ ਉਹਨੂੰ ਕਹੋ ਕਿ ਜਿਹੜੀ ਉਹਨਾਂ ਦੇ ਕੋਲ ਟੈਕਨੋਲੋਜੀ ਆ ਉਹਦੇ ਵਿੱਚ ਵੀ ਉਹ ਕਮਾਲ ਨੇ। ਤੇ ਪਰ ਓਡੀ ਵੱਡੀ ਫੋਰਸ ਨੂੰ 20 ਸਾਲ ਆਪਣੇ ਅਕੀਦੇ ਤੇ ਕਾਇਮ ਰਹਿ ਕੇ, ਮੈਂ ਖਾਸ ਤੌਰ ਤੇ ਜ਼ੋਰ ਦੇਣਾ ਚਾਹੁੰਦਾ ਵੀ ਆਪਣੇ ਅਕੀਦੇ ਤੇ ਕਾਇਮ ਰਹਿ ਕੇ ਲੜਨਾ ਤੇ ਜਿੱਤ ਹਾਸਲ ਕਰਨੀ, ਇਹ ਬਹੁਤ ਵੱਡੀ ਗੱਲ ਆ। ਇਹਦੇ ਨਾਲ ਸਿੱਖ ਜਿਹੜਾ ਨੌਜਵਾਨ ਆ ਉਹਦੇ ਮਨ 'ਚ ਇੱਕ ਗੱਲ ਆਈ ਕਿ ਗੱਲ ਗਿਣਤੀ ਦੀ ਨਹੀਂ ਹੈਗੀ, ਗੱਲ ਅਕੀਦੇ ਦੀ ਆ ਕਿ ਤੁਸੀਂ ਆਪਣੇ ਸਿਧਾਂਤ ਤੇ ਟਿਕੇ ਹੋ, ਤੁਸੀਂ ਜਿਹੜਾ ਹੈਗਾ ਵਾ ਆਪਣੀ ਕੌਮ ਨਾਲ ਤੁਹਾਡੀ ਕਮਿਟਮੈਂਟ ਆ। ਜਿੱਦਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਬੜੀਆਂ ਕਮਾਲ ਦੀਆਂ ਸਤਰਾਂ ਹੈਗੀਆਂ ਨੇ ਉਹਨਾਂ ਦੀਆਂ ਵੀ ਫਲਸਫਿਆਂ ਦੇ ਹੜ ਆ ਜਾਣ, ਜਿੱਡੀਆਂ ਮਰਜ਼ੀ ਵੱਡੀਆਂ ਗਿਣਤੀਆਂ ਹੋਣ, ਪਰ ਸਾਡੇ ਪੈਰ ਨਹੀਂ ਉਖੜਨੇ ਚਾਹੀਦੇ। ਸੋ ਉਹ ਵਾਲੀ ਗੱਲ ਜਿਹੜੀ ਆਈ ਉਹਨੇ ਸਿੱਖਾਂ ਦੇ ਅੰਦਰ ਇੱਕ ਖੁਸ਼ੀ ਪੈਦਾ ਕੀਤੀ ਕਿ ਇਹ ਗੱਲ ਨਹੀਂ ਹੈਗੀ ਵੀ ਅਸੀਂ ਘੱਟ ਗਿਣਤੀ ਆ ਤਾਂ ਅਸੀਂ ਇੰਡੀਅਨ ਸਟੇਟ ਜਿਹੜੀ ਕਿ ਬਹੁਤ ਵੱਡੀ ਸਟੇਟ ਆ, ਗਿਣਤੀ ਵੀ ਆ ਉਹਨਾਂ ਦੀ ਆਬਾਦੀ ਪੱਖੋਂ, ਵੀ ਅਸੀਂ ਉਹਨਾਂ ਨੂੰ ਹਰਾ ਨਹੀਂ ਸਕਦੇ। ਸੋ ਉਸ ਪੱਖ ਤੋਂ ਜਿਹੜੀ ਪ੍ਰਸ਼ੰਸਾ ਇੱਕ ਤਾਂ ਉਹ ਆ ਗਈ। ਦੂਜਾ ਜਿਹੜਾ ਹੈਗਾ ਵਾ ਇੱਕ ਉਹਨਾਂ ਦੇ ਅੰਦਰ ਇੱਕ ਇਹ ਗੱਲ ਵੀ ਆਈ ਕਿ ਜਿਹੜਾ ਵਰਲਡ ਆਰਡਰ ਦੀ ਗੱਲ ਆ, ਕਿ ਇਹ ਸੋਚਣਾ ਕਿ ਵਰਲਡ ਆਰਡਰ ਜਿਹੜਾ ਹੈਗਾ ਵਾ ਉਹ ਇੱਕ ਕਿਸਮ ਦਾ ਹੀ ਚੱਲੂਗਾ। ਜਿਹੜੇ ਜ਼ਿਆਦਾ ਚੇਤਨ ਸਿੱਖ ਨੇ, ਮੈਂ ਉਹਨਾਂ ਦੀ ਗੱਲ ਕਰਦਾ, ਵੀ ਵਰਲਡ ਆਰਡਰ ਜਿਹੜਾ ਹੈਗਾ ਵੀ ਇਹ ਦੁਨੀਆ ਦਾ ਇੱਕੋ ਹੀ ਸੱਚ ਹੁਣ ਆਖਰੀ ਸੱਚ ਰਹਿ ਗਿਆ, ਉਹ ਕੈਪੀਟਲਿਜ਼ਮ ਆ। ਜਦੋਂ ਰਸ਼ੀਆ ਡਿੱਗਿਆ ਸੋਵੀਅਤ ਸੰਘ 1991 ਦੇ ਵਿੱਚ, ਤੇ ਫੂਕੋਯਾਮਾ ਨੇ ਕਿਤਾਬ ਲਿਖੀ ਐਂਡ ਆਫ ਹਿਸਟਰੀ, ਤਾਂ ਉਹਦਾ ਮਤਲਬ ਇਹ ਸੀ ਕਿ ਹੁਣ ਤਖਤੇ ਵੀ ਪਲਟੇ ਜਾਣਗੇ, ਲੜਾਈਆਂ ਵੀ ਹੋਣਗੀਆਂ, ਤਖਤੇ ਵੀ ਪਲਟੇ ਜਾਣਗੇ, ਪਰ ਅਲਟੀਮੇਟ ਸੱਚ ਇਹ ਆ ਕਿ ਆਰਡਰ ਕੈਪੀਟਲਿਜ਼ਮ ਦਾ ਹੀ ਰਹਿਣੀ ਡੈਮੋਕ੍ਰੇਸੀ ਹੈ। ਮਤਲਬ ਉਹਨੇ ਅਸਲ 'ਚ ਇਹ ਗੱਲ ਕਹੀ ਸੀਗੀ ਮਾਰਕਸ ਨੇ ਕਿ ਜਿਹੜਾ ਹੈਗਾ ਮਾਰਕਸ ਜਾਂ ਸ਼ਾਇਦ ਲੈਨਨ, ਮੈਂ ਕਿਤੇ ਟਪਲਾ ਖਾ ਰਿਹਾ ਹਾਂ, ਕਿ ਜਦੋਂ ਜਮਾਤਾਂ ਖਤਮ ਹੋ ਜਾਣਗੀਆਂ ਉਦੋਂ ਹਿਸਟਰੀ ਦਾ ਅੰਤ ਹੋ ਜਾਊਗਾ। ਤੇ ਪਰ ਉਹਨੇ ਇੱਕ ਤਰ੍ਹਾਂ ਦਾ ਵਿਅੰਗ ਕੀਤਾ ਉਹਦੇ ਤੇ ਕਿ ਇਹ ਇਤਿਹਾਸ ਦਾ ਅੰਤ ਨਹੀਂ ਹੈਗਾ, ਇਤਿਹਾਸ ਦਾ ਅੰਤ ਇਹ ਆ। ਸੋ ਸਿੱਖਾਂ ਨੂੰ ਮਤਲਬ ਇਹ ਵੀ ਇੱਕ ਗੱਲ ਆਈ, ਕਿਉਂਕਿ ਜਿਹੜੀ ਸਿੱਖ ਲੜਾਈ ਆ ਉਹਦੇ ਵਿੱਚ 3 ਪੱਖ ਅਹਿਮ ਨੇ: ਆਇਡੈਂਟੀਟੀ, ਸੋਵਰੈਨਿਟੀ ਤੇ ਆਰਡਰ, ਵਰਲਡ ਆਰਡਰ ਜਿਹੜਾ ਉਹਨੇ ਧਰਤੀ ਨੂੰ ਇਸ ਬਖਸ਼ਣਾ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਬਖਸ਼ਿਆ ਉਹ ਬੀਜ ਰੂਪ ਦੇ ਵਿੱਚ ਸਾਡੇ ਕੋਲ ਪਿਆ, ਤੇ ਉਹ ਇਸ ਧਰਤੀ ਨੂੰ ਬਖਸ਼ਣਾ ਜਿਹੜਾ ਹੈਗਾ। ਸੋ ਇਹ ਗੱਲ ਵੀ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਸੀਗੀ ਉਹ ਸਮਾਈ ਹੋਈ ਸੀਗੀ। ਪਰ ਜਿਹੜੇ ਆਲੋਚਨਾ ਕਰਨ ਵਾਲੇ ਭਰਾ ਸੀਗੇ ਸਾਡੇ ਵੀਰ, ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹ ਤਾਲਿਬਾਨ ਤੇ ਜਿਹੜਾ ਹੈਗਾ ਆ ਤੇ ਫੋਰਸ ਤਾਲਿਬਾਨ ਪ੍ਰਤੀ ਬਾਹਲੀ ਖੁਸ਼ੀ ਜ਼ਾਹਰ ਕਰ ਰਹੇ ਨੇ ਉਹਨਾਂ ਦੀ ਜਿੱਤ ਪ੍ਰਤੀ, ਕਿਉਂਕਿ ਉਹ ਤਾਂ ਬੜੇ ਜ਼ਾਲਮ ਨੇ, ਉਹਨਾਂ ਦੀ ਪਿਛਲੀ ਹਿਸਟਰੀ ਵੀ ਸਾਡੇ ਸਾਹਮਣੇ ਆ। ਸੋ ਇਸ ਕਾਰਨ ਉਹਨਾਂ ਦੀ ਜਿਹੜਾ ਅੰਦਰੂਨੀ ਪੱਖ ਆ ਉਹਨੂੰ ਨਹੀਂ ਉਸ ਤਰੀਕੇ ਨਾਲ ਲੈ ਸਕਦੇ। ਤੇ
ਜਿਹੜੀ ਗੱਲ ਦਾ ਤੁਸੀਂ ਕੀਤੀ ਆ ਵੀ ਤਾਲਿਬਾਨ ਜ਼ਾਲਮ ਆ ਜਾਂ ਤਾਲਿਬਾਨ ਬਾਰੇ ਜਿਹੜਾ ਇਹ ਇੱਕ ਧਾਰਨਾ ਬਣੀ ਹੋਈ ਆ, ਹਾਲਾਂਕਿ ਤਾਲਿਬਾਨ ਨੇ ਆਪਣੇ ਇਸ ਰਜੀਮ ਦੇ ਵਿੱਚ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਹੁਣ ਪਹਿਲਾਂ ਵਰਗੇ ਨਹੀਂ ਆ, ਅਸੀਂ ਬਦਲੇ ਹੋਏ ਆ। ਪਰ ਕਿਵੇਂ ਦੇ ਉਹਨਾਂ ਦੇ ਐਕਟਸ ਹੁੰਦੇ ਆ ਜਾਂ ਕਿਵੇਂ ਇੰਪਲੀਮੈਂਟ ਹੁੰਦੀ ਆ ਉਹਨਾਂ ਦੀ ਸਾਰੀ ਇਹ ਜਿਹੜੀ ਸੱਤਾ ਆ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਪਰ ਦੁਨੀਆ ਦੇ ਵਿੱਚ ਜਿੱਥੇ ਵਰਲਡ ਆਰਡਰ ਦੀ ਵੀ ਗੱਲ ਹੋਈ ਆ, ਉੱਥੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਡੈਮੋਕ੍ਰੈਟਿਕ ਵਰਲਡ ਆਰਡਰ ਸੀ ਕਿ ਉਹ ਡਿੱਗਣ ਜਾ ਰਿਹਾ, ਕਿ ਹੁਣ ਥਿਓਕ੍ਰੈਟਿਕ ਸਟੇਟ ਜਿਹੜੀ ਆ ਉਹਦਾ ਉਭਾਰ ਹੋ ਰਿਹਾ, ਭਾਵੇਂ ਉਹ ਚਾਈਨਾ ਹੋਵੇ, ਭਾਵੇਂ ਹੁਣ ਜਿਵੇਂ ਤਾਲਿਬਾਨ ਦਾ ਉੱਥੇ ਸੱਤਾ ਆ ਉਹਨੂੰ ਵੀ ਥਿਓਕ੍ਰੈਟਿਕ ਸਟੇਟ ਮੰਨਿਆ ਜਾ ਰਿਹਾ। ਇੰਡੀਆ ਵੀ, ਬਲਕਿ ਇੰਡੀਆ ਨੂੰ ਦੁਨੀਆ ਦੇ ਸਾਰੇ ਥਿੰਕਰਸ ਕਹਿ ਰਹੇ ਆ ਕਿ ਕੋਈ ਡੈਮੋਕ੍ਰੇਸੀ ਨਹੀਂ ਇੱਥੇ, ਥਿਓਕ੍ਰੈਟਿਕ ਸਟੇਟ ਆ। ਤੇ ਉਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਬੜੀਆਂ ਥਾਵਾਂ ਦੇ ਉੱਤੇ ਜਿਹੜਾ ਰਾਈਟ ਹੈ, ਐਕਸਟ੍ਰੀਮ ਰਾਈਟ ਆ, ਉਹ ਇੱਕ ਥਿਓਕ੍ਰੈਟਿਕ ਸਟੇਟ ਬਣਾਉਣ ਵੱਲ ਨੂੰ ਵੱਧ ਰਿਹਾ। ਤਾਂ ਜੋ ਇਹ ਸਾਰਾ ਕੁਝ ਵਾਪਰ ਰਿਹਾ, ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਵਰਲਡ ਆਰਡਰ ਸੀ ਉਹ ਸਾਰਾ ਡੈਮੋਕ੍ਰੇਸੀ ਵਾਲਾ, ਉਹ ਡਿੱਗ ਰਿਹਾ ਤੇ ਥਿਓਕ੍ਰੈਟਿਕ ਸਟੇਟ ਦਾ ਉਭਾਰ ਹੋਣ ਜਾ ਰਿਹਾ? ਦੇਖੋ, ਇਹਦੇ ਵਿੱਚ ਦੋ ਤਿੰਨ ਗੱਲਾਂ ਵਾ। ਇੱਕ ਤਾਂ ਇਹ ਹੈ ਕਿ ਡੈਮੋਕ੍ਰੇਸੀ ਬਾਰੇ ਜਿਹੜੀ ਰਾਏ ਸੀਗੀ, ਜਿਹੜੀ ਪਹਿਲਾਂ ਰਾਏ ਹੁੰਦੀ ਸੀ, ਉਹ ਚੇਂਜ ਹੋਈ। ਉਹ ਕੀ ਸੀ ਕਿ ਡੈਮੋਕ੍ਰੇਸੀ ਬਿਨਾਂ ਕਿਸੇ ਲੜਾਈ ਤੋਂ, ਬਿਨਾਂ ਕਿਸੇ ਹਥਿਆਰ ਤੋਂ ਮਸਲਿਆਂ ਨੂੰ ਹੱਲ ਕਰਦੀ ਆ, ਇੱਕ ਸੰਵਾਦ ਦੇ ਜ਼ਰੀਏ। ਪਰ ਜਿਹੜੀ ਡੈਮੋਕ੍ਰੇਸੀ ਦੀ ਹਿੰਸਾ ਵਾ, ਉਹ ਉਸ ਵੇਲੇ ਦੇਖੀ ਨਹੀਂ ਸੀ ਗਈ। ਪਰ ਹੁਣ ਇੱਕ ਲੰਮੇ ਪੀਰੀਅਡ ਦੇ ਵਿੱਚ, ਬਹੁਤ ਲੰਮੇ ਪੀਰੀਅਡ ਦੇ ਵਿੱਚ ਇਹ ਦੇਖਿਆ ਗਿਆ ਕਿ ਡੈਮੋਕ੍ਰੇਸੀ ਦੇ ਅੰਦਰ ਕਿੰਨੀ ਹਿੰਸਾ ਪਈ ਹੁੰਦੀ ਆ। ਤੁਸੀਂ ਦੇਖੋ ਕਿ ਅੰਗਰੇਜ਼ ਜਦੋਂ ਗਏ ਇੱਥੋਂ, ਤੇ ਉਹ ਸਿੱਖਾਂ ਨੂੰ ਅਧੀਨ ਕਰ ਗਏ, ਹਿੰਦੂ ਕੌਮ ਦੇ ਅਧੀਨ ਕਰ ਗਏ। ਤਾਂ ਉਹਦਾ ਆਧਾਰ ਕੀ ਸੀ ਕਿ ਉਹਨਾਂ ਦੀ ਵਸੋਂ ਜ਼ਿਆਦਾ, ਸਾਡੀ ਵਸੋਂ ਘੱਟ ਆ। ਸਾਡੀ ਕੋਈ ਸਪੇਸ ਨਹੀਂ ਸੀ ਬਣਦੀ ਉਹ ਜਿੱਥੇ ਸਾਡੀ ਵਸੋਂ ਵੱਧ ਹੋਵੇ। ਸੋ ਉਹ ਇੱਕ ਹਿੰਸਾ ਸੀ। ਉਸ ਹਿੰਸਾ ਦੇ ਅੱਗੇ ਜਾ ਕੇ ਫਿਰ ਸਾਡਾ ਕਿੱਦਾਂ ਕਤਲੇਆਮ ਹੋਇਆ, ਕਿੱਦਾਂ ਸਾਡੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਉਹ ਵਾਇਲੈਂਸ ਸਾਹਮਣੇ ਆ। ਇੱਦਾਂ ਹੀ ਮੁਸਲਮਾਨ ਵੱਖ-ਵੱਖ ਕੰਟਰੀਜ਼ ਦੇ ਵਿੱਚ ਗਏ, ਉੱਥੇ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ, ਜਿੱਦਾਂ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਇਆ, ਜਿਹੜਾ ਕਿ ਕਿਸੇ ਵੀ ਲੈਵਲ ਤੇ ਜਿਹੜਾ ਬਰਦਾਸ਼ਤ ਨਹੀਂ ਕਰਦੇ ਹੈਗੇ ਮੁਸਲਮਾਨ, ਇੱਕ ਸਿੱਖ ਵੀ ਨਹੀਂ ਕਰੂਗਾ ਵੈਸੇ। ਤੇ ਉਹ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਨੇ, ਇਹ ਬਹੁ ਗਿਣਤੀ ਵਾਲੀਆਂ ਨੇ। ਬਹੁ ਗਿਣਤੀ ਜਿਹੜੀ ਹੈਗੀ ਆ ਉਹ ਆਪਣੀ ਮੈਜੋਰਿਟੀ ਦੇ ਸਿਰ ਤੇ, ਜਿਹੜੀ ਘੱਟ ਗਿਣਤੀ ਆ ਉਹਦੇ ਉੱਪਰ ਆਪਣਾ ਜ਼ੁਲਮ ਢਾਉਂਦੀ ਆ। ਸੋ ਇਹ ਗੱਲ ਬਣੀ ਕਿ ਇਹਦੇ ਨਾਲ ਕਿ ਡੈਮੋਕ੍ਰੇਸੀ ਜਿਹੜੀ ਹੈਗੀ ਆ, ਇਹਦੇ ਬਾਰੇ ਇਹ ਕਹਿ ਦੇਣਾ ਕਿ ਇਹ ਸੰਵਾਦ ਵਾਲਾ ਕੰਮ ਹੈਗਾ ਵਾ, ਇਹਦੇ ਨਾਲ ਬੜੇ ਵਧੀਆ ਤਰੀਕੇ ਨਾਲ ਮਸਲੇ ਹੱਲ ਹੁੰਦੇ ਆ, ਇਹ ਸੱਚਾਈ ਨਹੀਂ ਹੈਗੀ। ਸੋ ਇਸ ਕਰਕੇ ਡੈਮੋਕ੍ਰੇਸੀ ਦੀ ਜਗ੍ਹਾ ਕੋਈ ਨਵਾਂ ਆਰਡਰ ਤੇ ਆਉਣਾ ਹੀ ਆਉਣਾ ਵਾ, ਇੱਦਾਂ ਦੀ ਡੈਮੋਕ੍ਰੇਸੀ ਦੇ ਵਜ੍ਹਾ। ਤੁਸੀਂ ਦੇਖੋ ਕਿ ਵੈਸੇ ਸਾਡੇ ਜਿਹੜੇ ਹੈਗੇ ਨੇ, ਮੈਂ ਸਿੱਖ ਖਾਲਿਸਤਾਨੀ ਸਿੱਖਾਂ ਨੂੰ ਵੀ, ਮੈਂ ਐਕਟਿਵਿਸਟ ਵੀ ਹਾਂ, ਤੇ ਮੈਂ ਦੇਖਿਆ ਵਾ, ਉਹਨਾਂ ਨਾਲ ਵਿਚਰਿਆ ਵਾ, ਤੇ ਕਈਆਂ ਨਾਲ ਮਿਲਦੇ ਹਾਂ ਅੱਜ ਵੀ। ਤੇ ਉਹਨਾਂ ਦੇ ਹੁੰਦਾ ਵੀ ਅਸੀਂ ਮੂਵਮੈਂਟ 'ਚ ਕੁਝ ਖੱਟਿਆ ਨਹੀਂ। ਤੇ ਪਰ ਜੇ ਤੁਸੀਂ ਉਸ ਪੀਰੀਅਡ ਨੂੰ ਦੇਖੋ, ਉਸ ਪੀਰੀਅਡ ਦੇ ਦਸਤਾਵੇਜ਼ਾਂ ਨੂੰ ਦੇਖੋ, ਜਿਹੜੀ ਕਿਤਾਬ ਇੱਕ ਐਡਿਟ ਹੋਈ ਆ ਭਾਈ ਨਰੈਣ ਸਿੰਘ ਹੁਣਾਂ ਨੇ ਤੇ ਭਾਈ ਕਰਮਜੀਤ ਸਿੰਘ ਹੁਣਾਂ ਨੇ, ਪੰਥਕ ਦਸਤਾਵੇਜ਼ ਕਿਤਾਬ ਐਡਿਟ ਕੀਤੀ ਆ, ਉਹਦੇ ਵਿੱਚ ਜੁਝਾਰੂ ਲਹਿਰ ਦੇ ਦਸਤਾਵੇਜ਼ ਨੇ। ਉਹਨੂੰ ਤੁਸੀਂ ਬਰੀਕ ਬੀਨੀ ਨਾਲ ਪੜ੍ਹੋ ਤਾਂ ਉਹਦੇ ਵਿੱਚ ਬੜਾ ਸਪਸ਼ਟ ਹੋ ਜਾਂਦਾ ਕਿ ਉੱਥੇ ਗੱਲ ਕੱਲੀ ਆਜ਼ਾਦੀ ਦੀ ਨਹੀਂ ਹੋ ਰਹੀ, ਸੋਵਰੈਨਿਟੀ ਦੀ ਨਹੀਂ ਹੋ ਰਹੀ, ਨੇਸ਼ਨ ਸਟੇਟ ਦੀ ਨਹੀਂ ਹੋ ਰਹੀ, ਉੱਥੇ ਗੱਲ ਵਰਲਡ ਆਰਡਰ ਦੀ ਵੀ ਹੋ ਰਹੀ ਆ। ਆਰਥਿਕ ਲੈਵਲ ਤੇ, ਸਮਾਜਿਕ ਲੈਵਲ ਤੇ, ਰਾਜਨੀਤਿਕ ਲੈਵਲ ਤੇ ਵਰਲਡ ਆਰਡਰ ਦੀ ਵੀ ਗੱਲ ਹੋ ਰਹੀ ਆ ਜਿਹੜੀ ਹੈਗੀ ਆ। ਸੋ ਉਹਦੀ ਲੋਕ ਰਾਜ ਦੀ ਵੀ ਗੱਲ ਹੋ ਰਹੀ ਆ ਕਿ ਸਿੱਖਾਂ ਨੇ ਇੱਕ ਐਸਾ ਲੋਕ ਰਾਜ ਸਰਬੱਤ ਖਾਲਸਾ ਦੇ ਰੂਪ 'ਚ ਸਿਰਜਿਆ ਕਿ ਜਿਹਨੇ ਅੱਗੇ ਉਹ ਕਮਾਲ ਦੀ ਹਿਸਟਰੀ ਸਿਰਜੀ। ਹੁਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਹਨੂੰ ਕਿੱਦਾਂ ਲੈ ਕੇ ਆਉਣਾ ਵਾ ਤੇ ਦੁਨੀਆ ਨੂੰ ਦੇਣਾ, ਪਹਿਲਾਂ ਤਾਂ ਆਪ ਪ੍ਰੈਕਟਿਸ ਕਰਨੀ ਆ, ਲੈ ਕੇ ਆਉਣਾ ਤੇ ਪ੍ਰੈਕਟਿਸ ਕਰਨੀ ਆ, ਫਿਰ ਦੁਨੀਆ ਦੇ ਸਾਹਮਣੇ ਰੱਖਣਾ ਵਾ। ਉਹ ਚੀਜ਼ ਸਾਡੇ ਸਾਹਮਣੇ ਇੱਕ ਚੁਣੌਤੀ ਵੀ ਆ, ਪਰ
ਸਿੱਖ ਜਿਹੜੇ ਸੀਗੇ ਜਿਨ੍ਹਾਂ ਬਾਰੇ ਕਿਹਾ ਗਿਆ ਜੁਝਾਰੂਆਂ ਬਾਰੇ ਵੀ ਉਹ ਵੇਗ ਸੀਗੇ, ਸਮਝ ਨਹੀਂ ਸੀਗੀ, ਇਹ ਬਿਲਕੁਲ ਜਿਹੜੀ ਗੱਲ ਹੈ ਗਲਤ ਆ, ਗੈਰ ਵਾਜਬ ਆ। ਜਿਸ ਵੇਲੇ ਜੁਝਾਰੂ ਲਹਿਰ ਚੱਲ ਰਹੀ ਸੀ ਉਸ ਵੇਲੇ ਵੀ ਕਮੈਂਟ ਕੀਤਾ ਜਾਂਦਾ ਸੀਗਾ ਕਿ ਜਦੋਂ ਨੇਸ਼ਨ ਸਟੇਟ ਖੁਰ ਰਹੀ ਸੀਗੀ ਤੇ ਸਿੱਖ ਜਿਹੜੇ ਸੀਗੇ ਉਹ ਨੇਸ਼ਨ ਸਟੇਟ ਲਈ ਲੜ ਰਹੇ ਸੀ। ਹਕੀਕਤ ਇਹ ਨਹੀਂ ਸੀਗੀ, ਉਹ ਯੂਰਪੀਅਨ ਯੂਨੀਅਨ ਨੂੰ ਆਧਾਰ ਬਣਾ ਕੇ ਕਹਿ ਰਹੇ ਸੀਗੇ ਕਿ ਨੇਸ਼ਨ ਸਟੇਟ ਖੁਰ ਰਹੀ ਆ। ਪਰ ਅੱਜ ਇੱਕ ਹਕੀਕਤ ਆ ਕਿ ਐਥਨਿਕ ਨੇਸ਼ਨਸ ਜਿਹੜੇ ਨੇ ਉਹ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਨੇ। ਸੋ ਇਹ ਜਿਹੜੀ ਵਰਲਡ ਆਰਡਰ ਦੀ ਜਿਹੜੀ ਗੱਲ ਹੈਗੀ ਆ, ਇਹ ਵਰਲਡ ਆਰਡਰ ਚੇਂਜ ਹੋਣਾ, ਜਿੱਥੋਂ ਤੱਕ ਥਿਓਕ੍ਰੈਟਿਕ ਸਟੇਟ ਦੀ ਗੱਲ ਆ, ਇਹ ਜਿਹੜੀ ਹੈਗੀ ਆ ਮੁਸਲਮਾਨ ਸਟੇਟ ਸ਼ਰੀਅਤ ਬੇਸ ਹੈਗੀ ਆ। ਈਸਾਈ ਸਟੇਟ ਜਿਹੜੀ ਹਲੇ ਮਤਲਬ ਉਹਨਾਂ ਖੁੱਲ ਕੇ ਨਹੀਂ ਆਏ, ਉਹ ਜਿਹੜਾ ਰਾਈਟ ਵਿੰਗ ਆ ਉਹਨਾਂ ਖੁੱਲ ਕੇ ਨਹੀਂ ਆਇਆ ਮਤਲਬ, ਬਟ ਉਹ ਕੀ ਚਾਹੁੰਦਾ ਵਾ, ਕੀ ਕਰਨਾ ਚਾਹੁੰਦੇ ਨੇ, ਕਿੱਦਾਂ ਦੀ ਸਟੇਟ ਚਾਹੁੰਦੇ ਨੇ, ਉਹ ਸਾਫ਼ ਆ। ਤੇ ਹੁਣ ਇਹ ਕੁਐਸਚਨ ਇਹ ਆ ਕਿ ਇਦਾਂ ਦੀਆਂ ਫੋਰਸਿਸ ਜਿਹੜੀਆਂ ਹੈਗੀਆਂ ਵਾ ਉਹ ਉੱਭਰੀਆਂ ਨੇ ਤੇ ਉਹ ਪੋਸੀਬਿਲਿਟੀ ਆ ਕਿ ਜਿੱਦਾਂ ਇੰਡੀਆ ਦੇ ਵਿੱਚ ਮੋਦੀ ਆ ਤੇ ਜਾਂ ਬੀਜੇਪੀ ਆ ਵੀ ਉਹਨਾਂ ਨੇ ਹਿੰਦੂ ਨੈਸ਼ਨਲਿਜ਼ਮ ਜਿਹੜਾ ਹੈਗਾ ਉਹ ਧੁਰ ਅੰਦਰ ਜਿਹੜਾ ਹੈਗਾ ਮੈਜੋਰਿਟੀ ਦੇ ਅੰਦਰ ਦਾਖਲ ਕਰ ਦਿੱਤਾ ਵਾ। ਇਹਦਾ ਮਤਲਬ ਇਹ ਨਹੀਂ ਸੀ ਕਿ ਪਹਿਲਾਂ ਹਿੰਦੂ ਨੈਸ਼ਨਲਿਜ਼ਮ ਨਹੀਂ ਸੀਗਾ, ਪਰ ਉਹਦਾ ਰੂਪ ਸਰੂਪ ਹੋਰ ਸੀਗਾ ਤੇ ਹੁਣ ਉਹਨਾਂ ਨੇ ਕੋਈ ਓਲਾ ਨਹੀਂ ਰਹਿਣ ਦਿੱਤਾ। ਤੇ ਇਸ ਵੇਲੇ ਥਿਓਕ੍ਰੈਟਿਕ ਸਟੇਟ ਜਿਹੜੀ ਹੈਗੀ ਆ ਉਹਦੇ ਲਈ ਇੱਕ ਜਿਹੜਾ ਹੈਗਾ ਵਾ ਮਾਹੌਲ ਬਣਿਆ, ਖਾਸ ਕਰ ਜਿੱਦਾਂ ਤਾਲਿਬਾਨ ਜਿੱਤੇ ਆ ਤਾਂ ਦੁਨੀਆ ਨੂੰ ਲੱਗਦਾ ਸੀ ਕਿ ਥਿਓਕ੍ਰੈਟਿਕ ਸਟੇਟ ਜਿਹੜੀ ਹੈਗੀ ਆ ਉਹ ਇੱਕ ਗੁਜ਼ਰੇ ਹੋਏ ਸਮਿਆਂ ਦੀਆਂ ਗੱਲਾਂ ਨੇ, ਬੜਾ ਉਹਨੂੰ ਨੈਗੇਟਿਵ ਤਰੀਕੇ ਨਾਲ ਦੇਖਿਆ ਜਾਂਦਾ। ਅੱਜ ਅਜੀਤ ਦੀ ਸੰਪਾਦਕੀ ਵੀ ਆ ਵੀ ਇਹ 14ਵੀਂ ਸਦੀ ਵੱਲ ਮੁੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਮੈਂ ਮੰਨਦਾ ਕਿ ਥਿਓਕ੍ਰੈਟਿਕ ਸਟੇਟ ਜਿਹੜੀ ਹੈਗੀ ਆ ਨਾ ਉਹਨੂੰ ਦੇਖਣ ਦਾ ਨਜ਼ਰੀਆ ਚੇਂਜ ਹੋਣਾ ਚਾਹੀਦਾ ਕਿ ਜਿਹੜੀ ਸਟੇਟ ਬਾਰੇ ਅਸੀਂ ਟਿੱਪਣੀ ਕਰ ਰਹੇ ਹਾਂ ਕਿ ਉਹ ਥਿਓਕ੍ਰੈਟਿਕ ਹੈ ਜਾਂ ਨਹੀਂ ਹੈ, ਉਸ ਤੋਂ ਬਾਅਦ ਅਗਲਾ ਫੈਸਲਾ ਹੋਊਗਾ। ਜਿੱਦਾਂ ਹੁਣ ਸਿੱਖਾਂ ਬਾਰੇ ਨੇ, ਸਿੱਖ ਕਹਿੰਦੇ ਨੇ ਵੀ ਅਸੀਂ ਖਾਲਿਸਤਾਨ ਬਣਾਉਣਾ, ਸੰਘਰਸ਼ ਕੀਤਾ, ਹਲੇ ਵੀ ਲੜ ਰਹੇ ਨੇ, ਤਾਂ ਸਿੱਖਾਂ ਤੇ ਵੀ ਉਹ ਇੱਕ ਇਲਜ਼ਾਮ ਤਰਾਸ਼ੀ ਹੁੰਦੀ ਆ ਵੀ ਜੀ ਇਹਨਾਂ ਦੀ ਸਟੇਟ ਵੀ ਥਿਓਕ੍ਰੈਟਿਕ ਆ। ਸਿੱਧੀ ਬੋਲੀ 'ਚ ਮੈਂ ਕਹਾਂ ਤਾਂ ਜੀ ਇਹ ਵੀ ਮੁਸਲਮਾਨ ਮਤਲਬ ਤਾਲਿਬਾਨ ਵਾਂਗੂ ਜ਼ੁਲਮ ਕਰਨਗੇ, ਹਿੰਦੂ ਰਾਜ ਵਾਂਗੂ ਜ਼ੁਲਮ ਕਰਨਗੇ ਤੇ ਇਹ ਸਟੇਟ ਵੀ ਜਿਹੜੀ ਹੈਗੀ ਆ ਉਹਦੇ ਬਰਾਬਰ ਐਲਾਨ ਦਿੱਤੀ ਜਾਂਦੀ ਹੈ। ਪਰ ਫੈਸਲਾ ਇਦਾਂ ਨਹੀਂ ਹੋਣਾ, ਫੈਸਲਾ ਸਿਧਾਂਤ ਦੇ ਆਧਾਰ ਤੇ ਹੋਣਾ। ਪਹਿਲੀ ਗੱਲ ਤਾਂ ਇਹ ਆ ਕਿ ਨਾ ਤੇ ਇੱਥੇ ਕੋਈ ਪੋਪ ਤੇ ਜਿਹੜੀ ਹੈਗੀ ਰਾਜੇ ਵਾਲੀ ਲੜਾਈ ਆ ਜਿਹੜੀ ਪੱਛਮ ਦੇ ਵਿੱਚ ਸੀਗੀ, ਤੇ ਨਾ ਇਹ ਸਾਡੇ ਕੋਲ ਕੋਈ ਇਦਾਂ ਦੇ ਧਾਰਮਿਕ ਕਾਨੂੰਨ ਨੇ ਜਿੱਦਾਂ ਸ਼ਰੀਅਤ ਬੇਸਡ ਉਹਨਾਂ ਦੇ ਕੋਲ ਕਾਨੂੰਨ ਨੇ, ਕੋਈ ਇਦਾਂ ਦੇ ਸਾਡੇ ਕੋਲ ਕਾਨੂੰਨ ਨਹੀਂ ਹੈਗੇ ਜਿਹੜੇ ਹੈਗੇ ਆ। ਦੂਜੀ ਗੱਲ ਹੈਗੀ ਆ ਉਹ ਆ ਕਿ ਫੈਸਲਾ ਗੁਰੂ ਗ੍ਰੰਥ ਸਾਹਿਬ ਦੇ ਤੇ ਸਿੱਖ ਪਰੰਪਰਾਵਾਂ ਦੇ ਆਧਾਰ ਤੇ ਹੋਣਾ, ਤੇ ਉਹ ਫੈਸਲਾ ਅਸੀਂ ਹਿਸਟਰੀ 'ਚ ਦੇਖ ਵੀ ਚੁੱਕੇ ਹਾਂ। ਤੇ ਉਹਦੇ ਵਿੱਚ ਜਿਹੜੀਆਂ ਸਟੇਟਾਂ ਉੱਭਰੀਆਂ ਉਹਨੇ ਜ਼ੁਲਮ ਕੀਤਾ ਜਾਂ ਇੱਕ ਸਰਬੱਤ ਦੇ ਭਲੇ ਵਾਲਾ ਰਾਜ ਦਿੱਤਾ, ਉਹ ਬੜਾ ਕਲੀਅਰ ਆ ਜਿਹੜਾ ਹੈਗਾ। ਸੋ ਇਹ ਜਿਹੜਾ ਸਿੱਖਾਂ ਤੇ ਵੀ ਇਲਜ਼ਾਮ ਲਾਇਆ ਜਾਂਦਾ ਵੀ ਇਹਨਾਂ ਨੇ ਥਿਓਕ੍ਰੈਟਿਕ ਸਟੇਟ ਕਾਇਮ ਕਰਕੇ ਇਹੋ ਜਿਹੀ ਧਾਰਾ 'ਚ ਵਗ ਜਾਣਾ ਵਾ, ਉਹ ਵੀ ਗਲਤ। ਤੇ ਤੁਸੀਂ ਇੱਕ ਗੱਲ ਕੀਤੀ ਆ ਕਿ ਜਿਹੜਾ ਸਿੱਖ ਜੁਝਾਰੂ ਲਹਿਰ ਸੀ ਉਹਦੇ ਕੋਲ ਇੱਕ ਬੜਾ ਵੱਡਾ ਵਿਜ਼ਨ ਵੀ ਸੀ, ਉਹ ਵਰਲਡ ਆਰਡਰ ਦੀ ਵੀ ਸਮਝ ਰੱਖਦੇ ਸੀ। ਪਰ ਆਮ ਤੌਰ ਤੇ ਅੱਜ ਕੱਲ ਇਹ ਵੀ ਇੱਕ ਚਰਚਾ 'ਚ ਚੱਲ ਰਹੀ ਗੱਲ ਆ ਵੀ ਤਾਲਿਬਾਨ ਜਿਹੜੇ ਆ ਉਹ ਵੀ ਲੜੇ, ਸਿੱਖ ਵੀ ਲੜੇ ਪੰਜਾਬ ਦੇ ਵਿੱਚ ਆਪਣੀ ਆਜ਼ਾਦੀ ਲਈ। ਸਿੱਖਾਂ ਦੇ ਵਿੱਚ ਆਮ ਤੌਰ ਤੇ ਪ੍ਰਚਲਿਤ ਧਾਰਾ ਹੈ ਕਿ ਅਸੀਂ ਅਫਗਾਨਾਂ ਦੇ ਮੂੰਹ ਮੋੜੇ ਆ, ਉਹਨਾਂ ਨੂੰ ਹਰਾਇਆ। ਤੇ ਪਰ ਅੱਜ ਉਹ ਗੱਲ ਕਹਿੰਦੇ ਆ, ਕਈ ਲੋਕ ਟਿਚਰਾਂ ਵੀ ਕਰਦੇ ਆ ਕਿ ਅਫਗਾਨਾਂ ਨੇ ਦੇਖੋ ਲੜ ਕੇ ਤੇ ਆਪਣੀ ਧਰਤੀ ਤੋਂ ਬਗਾਨਿਆਂ ਨੂੰ ਭਜਾਇਆ, ਆਪਣੀ ਆਜ਼ਾਦੀ ਹਾਸਲ ਕਰ ਲਈ ਆ। ਉਨੇ ਕੁ ਸਮੇਂ ਦੇ ਵਿੱਚ, ਜਿੰਨੇ ਸਮੇਂ ਦੇ ਵਿੱਚ ਸਿੱਖ ਲੜਦੇ ਰਹੇ ਆ, ਉਨੇ ਕੁ ਸਮੇਂ 'ਚ ਉਹਨਾਂ ਨੇ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਨੂੰ ਹਰਾਇਆ। ਤੇ ਸਿੱਖਾਂ ਬਾਰੇ ਉਹ ਗੱਲ ਕਹਿੰਦੇ ਆ ਵੀ ਸਿੱਖ ਹਾਰ ਗਿਆ। ਤੇ ਉਹਦੇ ਪਿੱਛੇ ਉਹ ਕਾਰਨ ਦੱਸਦੇ ਵੀ ਸਿੱਖਾਂ ਕੋਲ ਕੋਈ ਵਿਜ਼ਨ ਨਹੀਂ ਸੀ, ਇਹ ਸਿਰਫ ਐਵੇਂ
ਮਤਲਬ ਗੰਨਾ ਆ ਗਈਆਂ ਤੇ ਗੰਨਾ ਚੱਕ ਕੇ ਤੇ ਠਾਠਾ ਕਰਨ ਲੱਗ ਗਏ ਕਿ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਸੀ, ਕੋਈ ਲੌਂਗ ਟਰਮ ਜਿਹੜਾ ਆ ਕੋਈ ਨਿਸ਼ਾਨਾ, ਕੋਈ ਗੋਲ ਨਹੀਂ ਸੀ। ਤਾਂ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ? ਦੇਖੋ, ਅਸਲ 'ਚ ਜਦੋਂ ਅਸੀਂ ਕਿਸੇ ਲਹਿਰ ਦਾ ਕੰਪੈਰੀਜ਼ਨ ਕਰਦੇ ਹਾਂ ਨਾ, ਵੈਸੇ ਜਗਜੀਤ ਸਿੰਘ ਹੁਣ ਸਿੱਖ ਇਨਕਲਾਬ ਵਾਲੇ ਉਹ ਕਹਿੰਦੇ ਵੀ ਲਹਿਰਾਂ ਦਾ ਕੰਪੈਰੀਜ਼ਨ ਕਰਨਾ ਜਾਂ ਇਨਕਲਾਬਾਂ ਦਾ ਕੰਪੈਰੀਜ਼ਨ ਕਰਨਾ ਸਿਹਤਮੰਦ ਐਕਸਰਸਾਈਜ਼ ਨਹੀਂ ਹੈਗੀ, ਪ੍ਰੈਕਟਿਸ ਨਹੀਂ, ਇਹ ਐਕਸਰਸਾਈਜ਼ ਨਹੀਂ ਹੈਗੀ। ਤੇ ਪਰ ਕੀਤਾ ਜਾਂਦਾ, ਇਹ ਵੀ ਇੱਕ ਅਸਲੀਅਤ ਜਿਹੜੀ ਹੈਗੀ ਆ। ਤੇ ਜਦ ਕੀਤਾ ਜਾਣਾ ਵਾ ਤੇ ਫਿਰ ਦੋਨਾਂ ਦੀਆਂ ਸਥਿਤੀਆਂ ਵੀ ਦੇਖੀਆਂ ਜਾਣਗੀਆਂ। ਇਦਾਂ ਨਹੀਂ ਹੋਊਗਾ ਕਿ ਜਸਟ ਕਮੈਂਟ ਕਰਕੇ, ਸਵੀਪਿੰਗ ਸਟੇਟਮੈਂਟ ਦੇ ਕੇ, ਕੋਈ ਸਖਾਲੀ ਜਿਹੀ ਟਿੱਪਣੀ ਕਰਕੇ ਅੱਗੇ ਨਿਕਲ ਜਾਓ ਤੁਸੀਂ। ਹੁਣ ਜਿਹੜਾ ਇਹ ਹੈਗੇ ਨੇ ਤਾਲਿਬਾਨ ਜਿਹੜੇ ਹੈਗੇ ਨੇ, ਜੇ ਤੁਸੀਂ ਉਹਨਾਂ ਵੱਲ ਦੇਖੋ ਤੇ ਉਹ ਜੁਝਾਰੂ ਨੇ, ਸਿੱਖ ਵੀ ਜੁਝਾਰੂ ਨੇ। ਬਟ ਕੀ ਆ ਕਿ ਇਹ ਕਹਿ ਦੇਣਾ ਕਿ ਸਿੱਖਾਂ ਕੋਲ ਵਿਜ਼ਨ ਹੀ ਹੈ ਨਹੀਂ ਸੀ, ਇਹ ਸਾਡੀ ਜਿਹੜੀ ਹੈਗੀ ਆ ਅਹਿਸਾਸੇ ਕਮਤਰੀ ਵਾਲੀ ਗੱਲ ਆ। ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਨਾ, ਉਹ ਉਹਨਾਂ ਦੇ ਸਮਾਜ ਨੂੰ ਪਤਾ। ਅਸੀਂ ਹਲੇ ਉੱਥੇ ਤੱਕ ਪਹੁੰਚੇ ਨਹੀਂ ਹੈਗੇ। ਮਤਲਬ ਤਾਲਿਬਾਨ ਦੀਆਂ ਜਿਹੜੀਆਂ ਅੰਦਰਲੀਆਂ ਕੰਟਰਾਡਿਕਸ਼ਨ ਨੇ, ਅੰਦਰੂਨੀ ਵਿਰੋਧਤਾਵਾਂ ਨੇ, ਉਹ ਉਹਨਾਂ ਨੂੰ ਪਤਾ। ਏਦਾਂ ਹੁੰਦਾ ਵੀ ਇੱਕ ਆਮ ਗੱਲ ਕਹੀ ਜਾਂਦੀ ਹੈ ਵੀ ਜਿੱਤ ਦੇ ਤਾਂ ਕਈ ਦਾਅਵੇਦਾਰ ਹੁੰਦੇ ਆ, ਹਾਰ ਯਤੀਮ ਹੁੰਦੀ ਆ। ਸੋ ਕਿਉਂਕਿ ਅਸੀਂ ਹਲੇ ਜਿੱਤੇ ਨਹੀਂ ਹੈਗੇ, ਹਾਰੇ ਨਹੀਂ ਪਰ ਜਿੱਤੇ ਵੀ ਹੈ ਨਹੀਂ, ਤੇ ਇਸ ਕਰਕੇ ਹੁਣ ਮਤਲਬ ਉਹ ਯਤੀਮ ਵਰਗਾ ਕੰਮ ਹੋਇਆ ਤੇ ਨੈਗੇਟਿਵ ਟਿੱਪਣੀਆਂ ਕਰਨ ਦਾ ਇੱਕ ਬਾਜ਼ਾਰ ਗਰਮ ਆ। ਹੁਣ ਫਰਕ ਕੀ ਆ? ਇੱਕ ਹੁੰਦਾ ਵਾ ਬਸਤੀਵਾਦ, ਇੱਕ ਅੰਦਰੂਨੀ ਬਸਤੀਵਾਦ। ਜਿਹੜੀ ਤਾਲਿਬਾਨ ਦੀ ਸਥਿਤੀ ਸੀਗੀ ਜਾਂ ਅਫਗਾਨਿਸਤਾਨ ਦੀ ਸਥਿਤੀ ਸੀਗੀ, ਹਾਲਤ ਸੀ, ਉਹ ਸੀ ਬਸਤੀਵਾਦ ਦੀ। ਕਿ ਇੱਕ ਬਾਹਰੋਂ ਫੋਰਸ ਆਈ, ਬਾਹਰੋਂ ਦੇਸ਼ ਆਇਆ, ਸਟੇਟ ਆਈ, ਉਹਨੇ ਤੁਹਾਡੀ ਧਰਤੀ ਤੇ ਆ ਕੇ ਕਬਜ਼ਾ ਕਰ ਲਿਆ, ਚਾਹੇ ਉਹ ਸੋਵੀਅਤ ਸੰਘ ਸੀਗਾ, ਚਾਹੇ ਮਤਲਬ USA ਸੀਗਾ। ਤੇ ਉਸ ਵੇਲੇ ਦੁਸ਼ਮਣ ਦਾ ਚਿਹਰਾ ਮੋਹਰਾ ਪਛਾਣਨ ਵੇਲੇ ਕੋਈ ਭੁਲੇਖਾ ਨਹੀਂ ਹੁੰਦਾ। ਤੇ ਉਸ ਵੇਲੇ ਤੁਹਾਡੀਆਂ ਜਿਹੜੀਆਂ ਰਗਾਂ ਨੇ, ਉਹਦੇ ਵਿੱਚ ਜਿਹੜਾ ਖੂਨ ਵਹਿੰਦਾ ਵਾ, ਜਿਹੜੀ ਉਹਦੇ ਵਿੱਚ ਗਰਮੀ ਹੁੰਦੀ ਆ, ਉਹ ਵੱਖਰੇ ਕਿਸਮ ਦੀ ਹੁੰਦੀ ਆ। ਦੂਜੀ ਜੀਓਗ੍ਰਾਫੀ ਵਾਲੀ ਗੱਲ ਵੀ ਹੈਗੀ, ਪਰ ਉਹ ਟੈਕਨੀਕਲ ਗੱਲਾਂ ਨੇ। ਉਹ ਵੀ ਉਹਨਾਂ ਦੀ ਜਿਹੜੀ ਹੈਗੀ ਆ ਭੂਗੋਲਿਕ ਸਥਿਤੀ ਜਿਹੜੀ ਹੈਗੀ, ਉਹ ਚਲੋ ਟੈਕਨੀਕਲ ਗੱਲਾਂ ਨੇ, ਪਰ ਉਹਦੀ ਵੀ ਅਹਿਮੀਅਤ ਆਪਣੀ ਜਗ੍ਹਾ ਹੁੰਦੀ ਆ ਜਿਹੜੀ ਅਫਗਾਨਿਸਤਾਨ ਦੀ ਆ। ਮੇਨ ਗੱਲ ਇਹ ਹੈ ਕਿ ਉਹਨਾਂ ਲਈ ਕਲੀਅਰ ਸੀਗਾ ਕਿ ਇੱਕ ਵਿਦੇਸ਼ੀ ਤਾਕਤ ਨੇ ਸਾਡੀ ਧਰਤੀ ਤੇ ਆ ਕੇ ਕਬਜ਼ਾ ਕਰ ਲਿਆ, ਤੇ ਹੁਣ ਸਾਡਾ ਮਕਸਦ ਇਹ ਆ ਬੱਚੇ ਦਾ ਕਿ ਇਸ ਤਾਕਤ ਨੂੰ ਜਾਂ ਇਹਨਾਂ ਤਾਕਤਾਂ ਨੂੰ ਧਰਤੀ ਤੋਂ ਭਜਾਉਣਾ ਵਾ। ਤੇ ਉਹਨਾਂ ਨੇ ਕੀਤਾ। ਉਹ ਸਟੇਬਲ ਰਹਿ ਸਕਦੇ ਆ ਜਾਂ ਨਹੀਂ ਰਹਿਣਗੇ, ਤਾਂ ਹੁਣ ਭਵਿੱਖ ਦੇਖਾਂਗੇ ਆਪਾਂ। ਹੁਣ ਦੂਜੀ ਗੱਲ ਜਿਹੜੀ ਹੈਗੀ, ਹੁਣ ਸਿੱਖਾਂ ਦਾ ਮਸਲਾ ਹੈਗਾ ਬੜਾ ਕੰਪਲੀਕੇਟਡ ਮਸਲਾ। ਇਹ ਇੰਨਾ ਸਿੱਧਾ ਮਸਲਾ ਨਹੀਂ ਹੈਗਾ। ਜਦੋਂ ਤਾਂ ਮੁਗਲ ਸੀ ਉਦੋਂ ਤੁਸੀਂ ਕਹਿ ਸਕਦੇ ਸੀ ਜੀ ਉਹ ਬਾਹਰੋਂ ਆਏ ਆ, ਕਿਹਾ ਜਾਂਦਾ। ਮਤਲਬ ਜਿਹੜਾ ਹੈਗਾ, ਜਿਹੜੀ ਹਿਸਟੋਰੀਓਗ੍ਰਾਫੀ ਆ, ਉਹਦੇ ਵਿੱਚ ਇਤਿਹਾਸਕਾਰੀ ਜਿਹੜੀ ਕੀਤੀ ਜਾਂਦੀ ਆ ਇੰਡੀਆ ਦੇ ਵਿੱਚ, ਜਾਂ ਅੰਗਰੇਜ਼ਾਂ ਬਾਰੇ ਇਹ ਬਾਹਰਲੇ ਹਾਕਮ ਨੇ, ਉਹ ਇੱਕ ਪਰਸੈਪਸ਼ਨ ਬਣ ਗਈ। ਕਿ ਪਰਸੈਪਸ਼ਨ ਕੀ ਬਣੀ? ਹੁਣ ਪਰਸੈਪਸ਼ਨ ਸਹੀ ਆ ਜਾਂ ਗਲਤ ਆ, ਉਹਦੇ ਮਗਰ ਤੱਥ ਸੱਚਾ ਜਾਂ ਝੂਠਾ, ਇਹਦੀ ਅਹਿਮੀਅਤ ਨਹੀਂ ਹੁੰਦੀ। ਪਰਸੈਪਸ਼ਨ ਆ। ਉਹ ਪਰਸੈਪਸ਼ਨ ਸਿੱਖਾਂ 'ਚ ਇਹ ਆ ਕਿ ਜਿਹੜੀ ਇਤਿਹਾਸਕਾਰੀ ਨੇ ਬਣਾਈ ਜਾਂ ਇੰਡੀਅਨ ਇੰਟੈਲੈਕਚੁਅਲਸ ਨੇ ਬਣਾਈ, ਜਾਂ ਉਹ ਜਿਹੜੇ ਇੰਟੈਲੈਕਚੁਅਲਸ ਸੀਗੇ ਉਹਨਾਂ ਦੇ ਪ੍ਰਭਾਵ ਥੱਲੇ ਸਿੱਖ ਲੇਖਕਾਂ ਜਾਂ ਬੁੱਧੀਜੀਵੀਆਂ ਵਿਦਵਾਨਾਂ ਨੇ ਬਣਾਈ, ਵੀ ਉਹ ਜਿਹੜੀਆਂ ਤਾਕਤਾਂ ਉਹ ਤਾਂ ਅਸੀਂ ਦਿੱਤੀਆਂ ਭਜਾ ਇਸ ਧਰਤੀ ਤੋਂ। ਹੁਣ ਜਿਹੜਾ ਰਾਜ ਆ, ਇੰਡੀਅਨ ਸਟੇਟ ਜਿਹੜੀ ਹੈਗੀ ਆ, ਇਹ ਸਾਡਾ ਰਾਜ ਆ। ਗੱਲ ਅਸਲ 'ਚ ਇਹ ਆ ਕਿ ਸਾਡਾ ਜਿਹੜਾ ਰਾਜ ਆ, ਉਹਦੇ ਵਿੱਚ ਇੱਕ ਬਹੁ ਗਿਣਤੀ ਰਹਿੰਦੀ ਆ, ਉਹ ਸਾਨੂੰ ਸਾਡੇ ਹੱਕ ਨਹੀਂ ਦੇ ਰਹੇ। ਮਸਲਾ ਇਹ ਆ ਜਿਹੜਾ ਹੈਗਾ। ਇਹ ਜਿਹੜੀ ਗੱਲ ਆ, ਇਹ ਉਹਨਾਂ ਦੇ ਮਨਾਂ 'ਚ ਬੈਠੀ ਹੋਈ ਆ। ਅੰਦਰੂਨੀ ਬਸਤੀਵਾਦ ਦੇ ਵਿੱਚ ਉਹ ਇਹ ਨਹੀਂ ਸਮਝ ਰਹੇ ਕਿ ਪੰਜਾਬ ਇੰਡੀਅਨ ਸਟੇਟ ਦੀ ਕਲੋਨੀ ਆ।
ਉਹ ਗੁਲਾਮ ਨੇ ਇੰਡੀਆ ਦੇ ਵਿੱਚ। ਉਹ ਗੁਲਾਮੀ ਦੇ ਕਨਸੈਪਟ ਨੂੰ ਹੋਰ ਤਰੀਕੇ ਨਾਲ ਦੇਖਦੇ ਨੇ ਵੀ ਪਾਣੀ ਲੁੱਟ ਲਿਆ ਚੰਡੀਗੜ੍ਹ, ਠੀਕ ਆ, ਉਹ ਵੀ ਗੁਲਾਮੀ ਵਾਲੀ ਗੱਲ ਹੀ ਹੈ, ਇਹ ਨਹੀਂ ਹੈਗਾ ਨਹੀਂ ਹੈਗੀ, ਪਰ ਉਹ ਇੱਕ ਸੋਵਰਨ ਰੂਪ ਦੇ ਵਿੱਚ ਜਿਹੜਾ ਦੇਖਣਾ ਹੁੰਦਾ ਵੀ ਆਪਣਾ ਰਾਜ ਚਾਹੀਦਾ, ਉਸ ਤਰੀਕੇ ਨਾਲ ਨਹੀਂ ਦੇਖਦੇ। ਹੁਣ ਅੰਦਰੂਨੀ ਬਸਤੀਵਾਦ ਵਾਲੀ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣਾ, ਉਹਨਾਂ ਨੂੰ ਸਮਝਾਉਣਾ ਬਹੁਤ ਔਖਾ। ਫਿਰ ਜਿਹੜੀ ਸੁਸਾਇਟੀ ਦੇ ਨਾਲ ਸਾਡਾ ਵਾਹ ਪਿਆ, ਉਹਦੇ ਨਾਲ ਸਾਡੇ ਕਲਚਰਲ ਤੇ ਸਮਾਜਿਕ ਰਿਲੇਸ਼ਨ ਵੀ ਆ। ਨਾ ਤਾਂ ਸੋਵੀਅਤ ਸੰਘ ਦੇ ਕੋਈ ਅਫਗਾਨੀਆਂ ਨਾਲ ਇਦਾਂ ਦੇ ਰਿਲੇਸ਼ਨ ਸੀ, ਨਾ USA ਵਾਲਿਆਂ ਦੇ ਕੋਈ ਰਿਲੇਸ਼ਨ ਸੀ। ਮੁਸਲਮਾਨਾਂ ਦੇ ਨਾਲ ਜਦੋਂ ਸਾਡੀ ਕਿਸੇ ਕੁੜੀ ਦਾ ਵਿਆਹ ਹੁੰਦਾ, ਮੈਂ ਉਸਦੇ ਹੱਕ 'ਚ ਨਹੀਂ ਹੈਗਾ, ਮੈਂ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿੱਦਾਂ ਉਹ ਇੱਕ ਧੋਖਾ ਦੇ ਕੇ ਵਿਆਹ ਕਰਾ ਲੈਂਦੇ ਨੇ ਸਿੱਖ ਕੁੜੀਆਂ ਨੌਜਵਾਨਾਂ ਨੂੰ, ਤੇ ਉਸ ਵੇਲੇ ਕਾਫੀ ਰੌਲਾ ਪੈਣਾ ਚਾਹੀਦਾ, ਵਿਰੋਧ ਹੋਣਾ ਚਾਹੀਦਾ। ਪਰ ਜੇ ਸਿੱਖਾਂ ਦੀ ਕੁੜੀ ਜਿਹੜੀ ਹੈਗੀ ਆ ਉਹ ਹਿੰਦੂਆਂ ਦੇ ਮੁੰਡੇ ਨਾਲ ਕਰਾ ਲਵੇ ਤਾਂ ਮੈਂ ਕੋਈ ਖਾਸ ਵਿਰੋਧਤਾ ਹੁੰਦੀ ਦੇਖੀ ਨਹੀਂ। ਤੇ ਇਹ ਜਿਹੜੀ ਰਿਲੇਸ਼ਨ ਨੇ ਫਿਰ ਉਹਨਾਂ ਦੇ ਕਲਚਰ ਦੇ ਨਾਲ ਜਿਹੜੇ ਹੈਗੇ ਨੇ ਉਹ ਸਾਡੀਆਂ ਮਤਲਬ ਸਾਂਝਾਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਕਿ ਤੁਸੀਂ ਕਿਸੇ ਸਮਾਜ ਨੂੰ ਕ੍ਰਸ਼ ਕਰ ਦਿਓ ਜਾਂ ਉਹਨੂੰ ਬਾਹਰ ਕੱਢ ਦਿਓ ਆਪਣੀ ਖਿੱਤੇ 'ਚੋਂ, ਮੈਂ ਇਹ ਨਹੀਂ ਕਹਿ ਰਿਹਾ, ਪਰ ਤੁਹਾਡੀ ਜਦ ਤੱਕ ਆਇਡੈਂਟੀਟੀ ਵਾਲੀ ਜਿਹੜੀ ਗੱਲ ਆ ਉਹ ਕਲੀਅਰ ਨਹੀਂ ਹੁੰਦੀ, ਜਦ ਤੱਕ ਤੁਹਾਡੀ ਸੋਵਰੈਨਿਟੀ ਵਾਲੀ ਗੱਲ ਕਲੀਅਰ ਨਹੀਂ ਹੁੰਦੀ, ਜਦ ਤੱਕ ਇਹ ਗੱਲ ਕਲੀਅਰ ਨਹੀਂ ਹੁੰਦੀ ਕਿ ਇਹ ਸਾਡਾ ਖਿੱਤਾ ਜਿਹੜਾ ਵਾ ਇਹ ਕਲੋਨੀ ਆ, ਤਦ ਤੱਕ ਤੁਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਸੋ ਇਹ ਕਾਰਨ ਆ, ਇਹ ਵੱਡਾ ਕਾਰਨ ਆ। ਫਿਰ ਹੁਣ ਤੁਸੀਂ ਹਿਸਟੋਰੀਓਗ੍ਰਾਫੀ ਦੇਖੋ, ਚੱਕ ਕੇ ਦੇਖੋ ਜੋ ਹੁੰਦਾ ਪਿਆ ਸਾਡੇ ਨਾਲ, ਉਹਦੇ ਵਿੱਚ ਕੀ ਨੇ, ਗੁਰੂ ਸਾਹਿਬ ਨੂੰ ਕਿੱਦਾਂ, ਗੁਰੂ ਸਾਹਿਬ ਬਾਰੇ ਕਿਹਾ ਜਾਂਦਾ, ਗੁਰੂ ਸਾਹਿਬ ਦੀ ਵਿਆਖਿਆ ਕਿੱਦਾਂ ਕੀਤੀ ਜਾਂਦੀ ਹੈ, ਜਾਂ ਸਿੱਖੀ ਦੀ ਵਿਆਖਿਆ ਕਿੱਦਾਂ ਕੀਤੀ ਜਾਂਦੀ ਹੈ, ਜਾਂ ਤਾਂ ਮਤਲਬ ਇਹ ਸਾਰੇ ਸਿੱਖ ਜਿਹੜੇ ਚੇਤਨ ਜਾਣਦੇ ਆ ਵੀ ਜੀ ਇਹ ਹਿੰਦੂਆਂ ਦਾ ਸੁਧਾਰਕ ਵਿੰਗ ਆ, ਜਾਂ ਉਹਨਾਂ ਦਾ ਇੱਕ ਜਿਹੜਾ ਹੈਗਾ ਵਾ ਹਥਿਆਰਬੰਦ ਵਿੰਗ ਆ ਸਿੱਖ ਜਿਹੜੇ ਨੇ ਹਿੰਦੂਆਂ ਦਾ, ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਇਹ ਵੇਦਾਂ ਦਾ ਸਾਰ ਨੇ, ਮਤਲਬ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਤੇ ਫਿਰ ਜਿਹੜੀ ਸਿੱਖ ਇਤਿਹਾਸਕਾਰੀ ਆ ਉਹਦੇ ਵਿੱਚ ਇਹ ਆ ਕਿ ਇਹ ਇੱਕ ਲਹਿਰ ਉੱਠੀ ਕਿਉਂਕਿ ਹਿੰਦੂ ਸਮਾਜ ਦੇ ਵਿੱਚ ਪ੍ਰੋਬਲਮ ਸੀਗੀਆਂ, ਮੁਗਲ ਜਿਹੜੇ ਸੀਗੇ ਉਹ ਜ਼ੁਲਮ ਕਰ ਰਹੇ ਸੀ, ਤੇ ਗੁਰੂ ਸਾਹਿਬਾਨ ਇਹ ਮਤਲਬ ਇਹ ਸੁਸਾਇਟੀ ਦੇ ਵਿੱਚ, ਹਿੰਦੂ ਸੁਸਾਇਟੀ ਦੇ ਵਿੱਚ ਇੱਕ ਪੋਜ਼ਿਟਿਵ ਗੱਲ ਆ ਕਿ ਉਹਦੇ ਆਪਣੇ ਅੰਦਰੋਂ ਹੀ ਇੱਕ ਜਿਹੜਾ ਹੈਗਾ ਇੱਕ ਧਾਰਾ ਨਿਕਲਦੀ ਆ ਜਾਂ ਮਹਾਂਪੁਰਖ ਨਿਕਲਦੇ ਨੇ ਮਤਲਬ, ਤੇ ਉਹ ਫਿਰ ਜਿਹੜਾ ਹੈਗਾ ਵਾ ਉਹਦੇ ਤੱਤ ਸਰੂਪ ਦੀ ਰੱਖਿਆ ਕਰਦੇ ਨੇ। ਤੇ ਇੱਦਾਂ ਗੁਰੂ ਨਾਨਕ ਸਾਹਿਬ ਤੇ 10 ਗੁਰੂ ਸਾਹਿਬਾਨ ਨਿਕਲੇ ਤੇ ਉਹਨਾਂ ਨੇ ਜਿਹੜਾ ਹੈਗਾ ਹਿੰਦੂ ਧਰਮ ਨੂੰ ਬਚਾਇਆ। ਸੋ ਜਦੋਂ ਇਸ ਤਰ੍ਹਾਂ ਦੀ ਇਤਿਹਾਸਕਾਰੀ ਹੋਊਗੀ, ਹੁਣ ਆ ਦਿੱਲੀ ਜਿਹੜਾ ਮੋਰਚਾ, ਕਿਸਾਨ ਮੋਰਚਾ ਲੱਗਾ ਹੋਇਆ, ਤੁਸੀਂ ਵੀ ਉੱਥੇ ਕਾਫੀ ਚਿਰ ਰਹੇ, ਮੈਂ ਦੇਖਿਆ ਤੁਹਾਨੂੰ, ਤੇ ਸਿੱਖ ਕਹਿੰਦੇ ਨੇ ਜੀ ਅਸੀਂ 80% ਹੀ ਸਿਰ ਦਿੱਤੇ। ਜਿਹੜਾ 80% ਦਾ ਅੰਕੜਾ ਹੁਣ ਉਹਨੂੰ ਕਿੱਦਾਂ ਕਿਹਾ ਜਾ ਰਿਹਾ, ਇਹ ਸਮਝਣ ਦੀ ਲੋੜ ਆ। ਇਹ ਸਾਡੇ ਜਿਹੜੀਆਂ ਖਾਲਿਸਤਾਨੀ ਪਾਰਟੀਆਂ ਨੇ, ਡੈਮੋਕ੍ਰੈਟਿਕ ਪਾਰਟੀਆਂ ਜਾਂ ਐਕਟਿਵਿਸਟ ਨੇ, ਉਹਨਾਂ ਨੂੰ ਸਮਝਣਾ ਪੈਣਾ। ਉਹ ਕਹਿ ਰਹੇ ਆ ਕਿ ਅਸੀਂ ਅੱਜ ਵੀ ਕੁਰਬਾਨੀ ਕਰਨ ਨੂੰ, ਅਸੀਂ ਪਹਿਲਾਂ ਵੀ ਕੀਤੀ ਆ, ਅੱਜ ਵੀ ਕੁਰਬਾਨੀ ਕਰਨ ਨੂੰ ਤਿਆਰ ਆ, ਗਾਂ ਵੀ ਕਰਾਂਗੇ। ਉਹ ਇੱਕ ਮਿਹਣਾ ਦਿੰਦੇ ਨੇ, ਉਹ ਇਹ ਨਹੀਂ ਕਹਿੰਦੇ ਕਿ ਸਾਡੀ ਜਿਹੜੀ ਹੈਗੀ ਆ ਜਿਹੜਾ ਸਾਡਾ ਜਿਹੜਾ ਮਨ ਆ ਨਾ ਹੁਣ ਉਹ ਭਰ ਗਿਆ ਵਾ, ਅਸੀਂ ਬਹੁਤ ਕੁਛ ਕਰ ਦਿੱਤਾ ਵਾ, 80% ਦੀ ਕੁਰਬਾਨੀਆਂ ਦੇ ਦਿੱਤੀਆਂ, ਤੁਹਾਡੇ ਬਾਰਡਰ ਤੇ ਵੀ ਬਹੁਤ ਖੂਨ ਬਹਾ ਦਿੱਤਾ, ਹੁਣ ਚੈਪਟਰ ਕਲੋਜ਼ ਆ। ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੀ ਆਸ, ਤੁਹਾਡੀ ਇੱਛਾ ਹਾਲੇ ਵੀ ਇੰਡੀਅਨ ਸਟੇਟ ਦੇ ਵਿੱਚ ਬਣੀ ਹੋਈ ਸੀ। ਪੁਰਾਣੇ ਸਮਿਆਂ 'ਚ ਕੀ ਸੀ, ਪੁਰਾਣੇ ਸਮਿਆਂ ਦੇ ਵਿੱਚ ਮਹਾਰਾਜਾ ਹੁੰਦਾ ਸੀ, ਸਟੇਟ ਨਾਲ ਲੜਾਈ ਮਤਲਬ ਰਾਜੇ ਨਾਲ ਲੜਾਈ, ਰਾਜੇ ਦਾ ਤਖਤਾ ਪਲਟ ਦਿਓ ਤੇ ਜਿਹੜਾ ਹੈਗਾ ਤੁਹਾਡਾ ਰਾਜ ਆ ਗਿਆ। ਤੇ ਹੁਣ ਡੈਮੋਕ੍ਰੇਸੀ ਦੇ ਵਿੱਚ ਬਹੁਤ ਔਖ ਹੋ ਗਈ ਆ, ਜਿਹੜੀ ਹੈਗੀ ਡੈਮੋਕ੍ਰੇਸੀ ਦੇ ਵਿੱਚ ਸਟੇਟ ਤਾਂ ਦੀਦੀ ਨਹੀਂ, ਆਮ ਬੰਦਾ ਸਟੇਟ ਨੂੰ ਤਾਂ ਸਮਝਦਾ ਹੀ ਨਹੀਂ। ਉਹ ਕਹਿੰਦੇ ਜੀ ਪੰਜਾਬ ਸਟੇਟ, ਮਤਲਬ ਉਹ ਤਾਂ ਪੰਜਾਬ ਸਟੇਟ ਆ ਉਹਦੇ ਲਈ,
ਐਕਚੁਅਲੀ ਤੇ ਸੂਬਾ ਵਾ, ਪ੍ਰੋਵਿੰਸ ਆ, ਪਰ ਕਿਉਂਕਿ ਇੰਡੀਅਨ ਸਟੇਟ ਮਤਲਬ ਇਹਨੂੰ ਨਾਂ ਦੇ ਦਿੱਤਾ ਜਿਹੜਾ ਹੈਗਾ ਵੀ ਇਹ ਸਟੇਟਾਂ ਨੇ, ਇਹ ਹਾਲਾਂਕਿ ਅਧਿਕਾਰ ਬਣਾਉਣ ਦੀ ਤਾਂ ਕੋਈ ਚੀਜ਼ ਹੀ ਨਹੀਂ ਇਹਨਾਂ ਕੋਲ। ਤੇ ਇੱਥੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਮਤਲਬ ਸਟੇਟ ਦਾ ਜੇ ਮੂੰਹ ਮੱਥਾ ਹੁੰਦਾ ਕੋਈ ਤਾਂ ਪੋਲੀਟੀਕਲ ਪਾਰਟੀ ਹੁੰਦੀ ਹੈ। ਜੇ ਅੱਜ ਆ ਤਾਂ ਮੋਦੀ ਆ, ਪਹਿਲਾਂ ਸੀ ਕਾਂਗਰਸ ਸੀ, ਜਾਂ ਪੰਜਾਬ 'ਚ ਅੱਜ ਕਾਂਗਰਸ ਆ, ਪਹਿਲਾਂ ਬਾਦਲ ਹੋਣੀ ਸੀ, ਅੱਜ ਆਪ ਵਾਲੇ ਬਣਨਾ ਚਾਹੁੰਦੇ ਨੇ। ਪਰ ਇਹ ਸਾਰੀਆਂ ਧਿਰਾਂ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਪਰ ਸਿੱਖਾਂ ਦੀ ਪ੍ਰੋਬਲਮ ਇਹ ਆ ਕਿ ਉਹ ਸਟੇਟ ਨੂੰ ਨਹੀਂ ਸਮਝਦੇ, ਉਹ ਇੱਕ ਪੋਲੀਟੀਕਲ ਪਾਰਟੀ ਜਾਂ ਇੱਕ ਸ਼ਖਸ ਨੂੰ ਵਿਰੋਧੀ ਮੰਨ ਕੇ ਉਹਦੇ ਖਿਲਾਫ ਲਾਮਬੰਦ ਹੁੰਦੇ ਨੇ, ਜਿਹਦੇ ਕਾਰਨ ਜਿਹੜੇ ਨਤੀਜੇ ਅਸੀਂ ਭਾਲਦੇ ਹਾਂ, ਜਿਹੜੇ ਸੰਘਰਸ਼ ਅਸੀਂ ਭਾਲਦੇ ਹਾਂ ਵੀ ਜਦ ਤੱਕ ਆਜ਼ਾਦੀ ਨਾ ਮਿਲੇ ਅਸੀਂ ਘਰ ਨਾ ਬੈਠੀਏ, ਉਹ ਵਾਪਰ ਨਹੀਂ ਰਹੀ ਸਥਿਤੀ। ਇਹ ਗੱਲ ਤੁਸੀਂ ਬੜੀ ਅਹਿਮ ਕੀਤੀ ਆ। ਜਿਹੜਾ ਮੈਂ ਹੁਣ ਆਖਰੀ ਸਵਾਲ ਆਪਣੀ ਇਸ ਇੰਟਰਵਿਊ ਦਾ ਲੈਣਾ ਚਾਹੁੰਦਾ, ਉਹ ਸਵਾਲ ਦਰਅਸਲ ਗੱਲਾਂ ਬੜੀਆਂ ਹੋ ਗਈਆਂ ਵੀ ਸਿੱਖਾਂ ਦੇ ਵਿੱਚ ਜਿੱਥੇ ਕਮੀਆਂ ਨੇ, ਸੰਘਰਸ਼ ਦੇ ਵਿੱਚ ਸਿੱਖਾਂ ਨੇ ਬੜਾ ਖੂਨ ਵੀ ਇੱਥੇ ਇਸ ਧਰਤੀ ਤੇ ਵਹਾਇਆ। ਇੱਕ ਹਿੱਸਾ ਸਿੱਖਾਂ ਦਾ ਰਾਸ਼ਟਰਵਾਦ ਦੀ ਧਾਰਾ ਦੇ ਵਿੱਚ ਪੂਰੀ ਤਰ੍ਹਾਂ ਵਹਿ ਚੁੱਕਿਆ, ਇੱਕ ਹਿੱਸਾ ਸਿੱਖਾਂ ਦਾ ਇੱਥੋਂ ਬੜੇ ਵੱਡੇ ਪੱਧਰ ਤੇ ਪ੍ਰਵਾਸ ਵੀ ਕਰ ਰਿਹਾ। ਇਹ ਸਾਰੇ ਹਿੱਸਿਆਂ ਦੇ ਵਿੱਚੋਂ ਇੱਕ ਹਿੱਸਾ ਵੱਡਾ ਉਹ ਵੀ ਹੈਗਾ ਜਿਹਦੇ ਅੰਦਰ ਆਪਣੇ ਰਾਜ ਦੀ ਐਸਪੀਰੇਸ਼ਨ ਆ, ਇੱਛਾ ਆ ਵੀ ਸਾਡਾ ਆਪਣਾ ਰਾਜ ਹੋਵੇ। ਤੇ ਇਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਆ ਤੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਇਹ ਸਿਆਸੀ ਤਬਦੀਲੀ ਹੋਈ ਆ, ਉਹਦੇ ਵਿੱਚ ਜਿਹੋ ਜਿਹਾ ਇੰਡੀਆ ਦਾ ਰੋਲ ਆ, ਹਿੰਦੁਸਤਾਨ ਦਾ ਰੋਲ ਆ, ਤੇ ਜਿਹੋ ਜਿਹੀ ਐਸਟੈਬਲਿਸ਼ਮੈਂਟ ਪੂਰੇ ਪੱਛਮ ਦੇ ਵਿੱਚ ਹੋ ਰਹੀ ਆ ਹਿੰਦੁਸਤਾਨ ਦੇ ਨਾਲ ਪਾਕਿਸਤਾਨ, ਅਫਗਾਨਿਸਤਾਨ, ਉਹਨਾਂ ਦੀ ਆਪਸ 'ਚ ਜਿਹੋ ਜਿਹਾ ਪਾਕਿਸਤਾਨ ਦੀ ਮਦਦ ਦੇ ਨਾਲ ਉੱਥੇ ਨਵਾਂ ਨਿਜ਼ਾਮ ਖੜਾ ਹੋਇਆ, ਤੇ ਉਹਦੇ ਨਾਲ ਕਸ਼ਮੀਰ ਦੀ ਮੂਵਮੈਂਟ ਜਿਹੜੀ ਆ ਉਹਦੇ ਵਿੱਚ ਹੁਣ ਮਸਰਤ ਆਲਮ ਨੂੰ ਇੱਕ ਉਹ ਚਿਹਰਾ ਜਿਹੜਾ ਇੱਕ ਯੂਥ ਆਈਕਨ ਉੱਥੇ ਮੰਨਿਆ ਜਾਂਦਾ, ਉਹਨੂੰ ਹੁਰੀਅਤ ਦਾ ਨਵਾਂ ਰਿਪਰੈਜ਼ੈਂਟੇਟਿਵ ਬਣਾ ਦਿੱਤਾ ਗਿਆ। ਤਾਂ ਇਹ ਤਾਲਿਬਾਨ ਦਾ ਇਹ ਕਹਿਣਾ ਕਿ ਅਸੀਂ ਕਸ਼ਮੀਰ ਬਾਰੇ ਬੋਲਾਂਗੇ, ਸਾਡਾ ਹੱਕ ਆ, ਤਾਂ ਇਹ ਤੇ ਚਾਈਨਾ ਤੇ US ਦਾ ਕਲੈਸ਼ ਇਹ ਸਾਰੇ ਖਿੱਤੇ ਦੇ ਵਿੱਚ, ਮੈਂ ਇੱਕੋ ਸਵਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਵੀ ਤੁਸੀਂ ਇਹਨੂੰ ਕਨਕਲੂਡ ਗੱਲ ਨੂੰ ਮੈਂ ਇਹ ਜਵਾਬ ਲੈਣਾ ਚਾਹੁੰਦਾ ਕਿ ਸਾਰੀਆਂ ਜਿੰਨੀਆਂ ਸਿਆਸੀ ਤਬਦੀਲੀਆਂ ਹੋ ਰਹੀਆਂ ਨੇ, ਇਹਨਾਂ ਦਾ ਅਸਰ ਸਿੱਖਾਂ ਦੇ ਉੱਤੇ ਕਿਹੋ ਜਿਹਾ ਪੈ ਸਕਦਾ, ਤੇ ਸਿੱਖ ਜਿਹੜੇ ਆ ਉਹਨਾਂ ਨੂੰ ਕਿਹੋ ਜਿਹੀ ਅਪਰੋਚ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਦੇ ਸਿਆਸੀ ਲਾਹੇ ਲਈ, ਆਪਣੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿੱਤ ਲਈ ਕਿਹੋ ਜਿਹੀ ਅਪਰੋਚ ਜਿਹੜੀ ਆ ਇਸ ਸਾਰੀ ਸਥਿਤੀ 'ਚ ਲੈਣੀ ਚਾਹੀਦੀ ਆ। ਦੇਖੋ, ਜਿਹੜਾ ਤਾਲਿਬਾਨ ਦਾ ਬਿਆਨ ਆ ਨਾ ਉਹ ਬਹੁਤ ਇੰਪੋਰਟੈਂਟ ਆ। ਕਸ਼ਮੀਰ ਬਾਰੇ ਜਿਹੜਾ ਦਿੱਤਾ ਉਹਨਾਂ ਨੇ ਵੀ ਕਸ਼ਮੀਰ ਬਾਰੇ ਅਸੀਂ ਗੱਲ ਕਰਨ ਦੇ ਹੱਕਦਾਰ ਆ। ਹੁਣ ਇਹ ਡਿਪਲੋਮੈਟਿਕ ਬਿਆਨ ਆ, ਜਦ ਕਿਸੇ ਧਿਰ ਨੇ ਕਹਿਤਾ ਉਹ ਧਿਰ ਵੀ ਖਾੜਕੂ ਆ। ਮਤਲਬ ਇੱਕ ਹੁੰਦੀ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਵਾਲੀ ਧਿਰ, ਉਹ ਤਾਂ ਹੈ ਹੀ ਮਿਲੀਟੈਂਟ ਧਿਰ ਵਾ, ਮਤਲਬ ਸਟੇਟ ਹੀ ਮਿਲੀਟੈਂਟ ਆ ਜਿਹੜੀ ਹੈਗੀ ਆ ਉਹ। ਤੇ ਇਹਦਾ ਮਤਲਬ ਇਹ ਆ ਕਿ ਉੱਥੇ ਜਿਹੜੀ ਉਹਨਾਂ ਦੀ ਇੰਟਰਫੇਰੈਂਸ ਹੋਊਗੀ ਉਹ ਜਸਟ ਡਿਪਲੋਮੈਟਿਕ ਲੈਵਲ ਤੇ ਨਹੀਂ ਹੋਣੀ ਹੈਗੀ। ਉਹ ਸਮਾਂ ਉਹ ਜਿੱਦਾਂ ਹੀ ਐਸਟੈਬਲਿਸ਼ ਹੁੰਦੇ ਆ, ਸਟੇਬਲ ਹੁੰਦੇ ਆ ਉੱਥੇ ਪੂਰੀ ਤਰ੍ਹਾਂ ਤਾਲਿਬਾਨ, ਤੇ ਉਹ ਜਿਹੜਾ ਹੈਗਾ ਵਾ ਆਰਮਡ ਜਿਹੜੀ ਹੈਗੀ ਆ ਸਟਰਗਲ ਦੇ ਵਿੱਚ ਪਾਰਟਿਸਿਪੇਸ਼ਨ ਕਰਨ ਦੀ ਪੂਰੀ ਸੰਭਾਵਨਾ ਵਾ ਜੇ ਅਸੀਂ ਉਹਨੂੰ ਐਨਾਲਿਸਿਸ ਕਰੀਏ। ਤੇ ਜੇ ਉਹ ਆਰਮ ਸਟਰਗਲ ਦੇ ਵਿੱਚ ਇੱਧਰ ਦਖਲ ਅੰਦਾਜ਼ੀ ਕਰਦੇ ਨੇ, ਉਧਰੋਂ ਪਾਕਿਸਤਾਨ ਆ, ਇੱਧਰੋਂ ਇਹ ਨੇ, ਚਾਈਨਾ ਵਾ ਦੂਜੇ ਪਾਸੇ ਬੈਠਾ ਜਿਹੜਾ ਹੈਗਾ ਵਾ, ਉਹ ਚਾਈਨਾ ਦੇ ਆਪਣੇ ਇੰਟਰਸਟ ਨੇ। ਹੁਣ ਚਾਈਨਾ ਦਾ ਇੱਕ ਚਿੰਤਕ ਸੀਗਾ, ਉਹਨੇ ਕੋਈ 8-10 ਸਾਲ ਪਹਿਲਾਂ ਦੀ ਗੱਲ ਆ, ਉਹਨੇ ਇੱਕ ਰਿਸਰਚ ਪੇਪਰ ਲਿਖਿਆ, ਉਹਦੇ ਵਿੱਚ ਲਿਖਿਆ ਵੀ ਕਿਉਂਕਿ ਚਾਈਨਾ ਲਈ ਇੰਡੀਆ ਉਹ ਇੱਕ ਮਤਲਬ ਜਿਹੜਾ ਹੈਗਾ ਥ੍ਰੈਟ ਮੰਨਦਾ, ਦੋਨਾਂ ਦੀ ਆਪਣੀ ਜਿਹੜੀ ਹੈਗੀ ਪੋਲੀਟੀਕਲੀ ਕੋਈ ਜਿਹੜਾ ਹੈਗਾ ਵਿਰੋਧਤਾ ਵਾ, ਤੇ ਵੀ ਇਹਨੂੰ ਟੋਟਿਆਂ 'ਚ ਵੰਡ ਦਿਓ। ਚਾਹੇ ਚਾਈਨਾ ਨੇ ਉਹਨੂੰ ਅਫੀਸ਼ੀਅਲੀ ਅਸੈਪਟ ਨਹੀਂ ਕੀਤਾ, ਮਤਲਬ ਮੰਨਿਆ ਨਹੀਂ ਵੀ ਅਸੀਂ ਇਸ ਡਾਕੂਮੈਂਟ ਦੇ ਹੱਕ 'ਚ ਹਾਂ, ਪਰ ਉਹਨਾਂ ਨੇ ਇਹ ਆਈਡੀਆ ਦਿੱਤਾ। ਸੋ ਜਿਹੜੀ ਹੁਣ ਇਹ ਸਾਰੀ ਸਥਿਤੀ ਉਪਜ ਰਹੀ ਆ, ਹਾਲਾਤ ਜਿਹੜੇ ਉਪਜਦੇ ਪਏ ਨੇ ਇਹ ਬਹੁਤ ਅਹਿਮ ਨੇ। ਮਤਲਬ ਇੱਕ ਹੁੰਦਾ ਨਾ ਵੀ ਜਿੱਦਾਂ ਅਸੀਂ ਕਹਿੰਦੇ ਆ ਵੀ 47 ਗੁਜ਼ਰ ਗਈ ਤੇ ਅਸੀਂ ਕੁਝ ਵੀ ਨਹੀਂ ਹਾਸਲ ਕਰ ਸਕੇ, ਪਰ ਹੁਣ ਸਾਨੂੰ ਜਿਹੜਾ ਹੈਗਾ
ਧਿਆਨ ਦੇਣਾ ਚਾਹੀਦਾ ਕਿ ਇਸ ਖਿੱਤੇ ਦੇ ਅੰਦਰ ਜਦੋਂ ਹੀ ਕੋਈ ਸਟੇਟ ਨੇਸ਼ਨ ਸਟੇਟ ਬਣ ਜਾਂਦੀ ਹੈ, ਮਤਲਬ ਉਹ ਦੋ ਹੀ ਨੇ, ਕਸ਼ਮੀਰ ਅੱਜ ਪੰਜਾਬ ਆ, ਪਹਿਲਾਂ ਤਾਂ ਕਸ਼ਮੀਰ ਹੈ ਕਿਉਂਕਿ ਕਸ਼ਮੀਰ ਨੂੰ ਇੱਕ ਇੰਟਰਨੈਸ਼ਨਲ ਰੈਕਗਨਾਈਜੇਸ਼ਨ ਆ, ਪੰਜਾਬ ਨੂੰ ਹਲੇ ਉੱਦਾਂ ਦੀ ਨਹੀਂ ਹੈਗੀ ਮਾਨਤਾ। ਤੇ ਜੇ ਉਹਨੂੰ ਆਜ਼ਾਦੀ ਮਿਲਦੀ ਆ ਤਾਂ ਫਿਰ ਇੱਕ ਨਵਾਂ ਸਿਨੈਰੀਓ ਹੋਊਗਾ ਤੇ ਪੰਜਾਬ ਲਈ ਨਵੇਂ ਹਾਲਾਤ ਹੋਣਗੇ ਤੇ ਪੰਜਾਬ ਦੇ ਲਈ ਆਜ਼ਾਦੀ ਦਾ ਮਤਲਬ ਉਹ ਕਹਿੰਦੇ ਸੀ ਨਾ ਨਿੱਘ ਮਾਨਣਾ, ਆਜ਼ਾਦੀ ਹਾਸਲ ਕਰਨ ਦੇ ਲਈ ਜਿਹੜੇ ਹੈਗੇ ਨੇ ਮੌਕੇ ਆ ਸਕਦੇ ਨੇ। ਪਰ ਇਹਦਾ ਇੱਕ ਉਲਟ ਪਾਸਾ ਵੀ ਆ ਕਿ ਤਾਲਿਬਾਨ ਜਿੱਦਾਂ ਦੀ ਫੋਰਸ ਆ ਉਹ ਸ਼ਰੀਅਤ ਬੇਸਡ, ਅਲਟੀਮੇਟਲੀ ਤਾਂ ਸ਼ਰੀਅਤ ਬੇਸਡ ਆ ਉਹ, ਤੇ ਕੀ ਉਹ ਕਸ਼ਮੀਰ ਦੇ ਗੁਆਂਢ 'ਚ ਕੋਈ ਸਿੱਖ ਸਟੇਟ ਜਿਹੜੀ ਹੈਗੀ ਆ ਪ੍ਰਵਾਨ ਕਰਨ ਨੂੰ ਰਾਜੀ ਹੋਊਗੀ ਜਾਂ ਇਹਨੂੰ ਵੀ ਆਪਣੇ ਖਿੱਤੇ 'ਚ ਰਲਾ ਕੇ ਇਹਦਾ ਵੀ ਸਰੂਪ ਤਬਦੀਲ ਕਰਨ ਦੀ ਕੋਸ਼ਿਸ਼ ਕਰੂਗੀ? ਇਹ ਸੋਚਣ ਵਾਲੀ ਗੱਲ ਆ। ਇਹ ਸਾਡੇ ਜਿਹੜੇ ਇੰਟੈਲੈਕਚੁਅਲਸ ਨੇ, ਸਾਡੇ ਜੀਓਪੋਲਿਟਿਕਸ ਦੇ ਮਾਹਰ ਨੇ, ਉਹਨਾਂ ਨੂੰ ਜਿਹੜਾ ਹੈਗਾ ਇਹ ਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਵਾ ਆਪਣਾ ਬ੍ਰੇਨ ਲਾਉਣਾ ਚਾਹੀਦਾ, ਡਾਇਲੋਗ ਕਰਨਾ ਚਾਹੀਦਾ। ਕੈਮਰੇ ਦਾ ਡਾਇਲੋਗ ਵੱਖਰਾ ਹੁੰਦਾ, ਜਿਹੜਾ ਅੰਦਰੂਨੀ ਡਾਇਲੋਗ ਹੁੰਦਾ ਉਹ ਵੱਖਰਾ ਹੁੰਦਾ। ਪਰ ਇਹ ਬਹੁਤ ਅਹਿਮ ਸਮਾਂ ਵਾ, ਸਕਿੰਟਾਂ ਦੇ ਵਿੱਚ ਕਈ ਵਾਰੀ ਇਤਿਹਾਸ ਜਿਹੜਾ ਹੈਗਾ ਉਹ ਸਾਲਾਂ ਬੱਧੀ, ਸਦੀਆਂ ਬੱਧੀ ਉਹਦੇ ਵਿੱਚ ਕੋਈ ਹਿਲਜੁਲ ਨਹੀਂ ਹੁੰਦੀ, ਤੇ ਕਈ ਵਾਰੀ ਕੁਝ ਵਰਿਆਂ 'ਚ ਹੀ ਜਿਹੜਾ ਹੈਗਾ ਵਾ ਉਹ ਹਿਸਟਰੀ 100 ਸਾਲਾਂ ਦੀ ਤਬਦੀਲੀ ਕਰਕੇ ਮਾਰਦਾ ਜਿਹੜਾ ਹੈਗਾ। ਸੋ ਇਹ ਇੱਦਾਂ ਦੀ ਸਥਿਤੀ ਆ ਜਿਹੜੀ ਇਸ ਵੇਲੇ ਬਣੀ ਹੋਈ ਆ। ਸਿੱਖਾਂ ਨੂੰ ਆਪਣਾ ਦਿਲ ਨਹੀਂ ਛੱਡਣਾ ਚਾਹੀਦਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ, ਸ਼ਾਇਦ ਸਾਡੇ ਪ੍ਰਵਾਸੀ ਭਰਾਵਾਂ ਨੂੰ ਗੁੱਸਾ ਵੀ ਲੱਗੇ, ਤੇ ਮੈਂ ਉਹ ਜਿੱਥੇ ਚਲੇ ਗਏ ਨੇ ਉਹ ਉੱਥੇ ਰਹਿਣ, ਉਹ ਬਾਹਰੋਂ ਮਦਦ ਵੀ ਬਹੁਤ ਕਰਦੇ ਆ, ਉਹਨਾਂ ਦੇ ਮਨ 'ਚ ਸਿੱਖੀ ਲਈ ਪਿਆਰ ਵੀ ਬਹੁਤ ਆ, ਮੂਵਮੈਂਟ ਲਈ ਪਿਆਰ ਵੀ ਬਹੁਤ ਆ। ਪਰ ਕੁਛ ਐਸਾ, ਪਰ ਸਾਨੂੰ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਕੇ ਰੱਖਣੀ ਪੈਣੀ ਆ। ਉਹ ਤਾਂ ਹੀ ਹੋ ਸਕਦੀ ਆ ਜੇ ਅਸੀਂ ਇੱਥੇ ਰਹਾਂਗੇ। ਜੇ ਅਸੀਂ ਇੱਥੇ ਰਹੇ ਹੀ ਨਹੀਂ ਤੇ ਫਿਰ ਇਹ ਖਿੱਤਾ ਹੀ ਖਾਲੀ ਛੱਡ ਗਏ ਤੇ ਫਿਰ ਰਾਜ ਦਾ ਦਾਅਵੇ ਦੇ ਤਾਂ ਕੋਈ ਮੀਨਿੰਗ ਹੀ ਨਹੀਂ ਬਣਦੇ। ਆਰਗੇਨਾਈਜ਼ਰ ਜਿਹੜਾ RSS ਦਾ ਅੰਗਰੇਜ਼ੀ ਦਾ ਮਾਊਥਪੀਸ ਆ, ਉਹਨੇ ਇੱਕ ਵਾਰੀ ਲਿਖਿਆ ਸੀ ਕਿ ਜਿਹੜੀਆਂ ਵੱਖਵਾਦ ਦੀਆਂ ਪ੍ਰੋਬਲਮਸ ਆ ਨਾ ਉਹ ਉੱਥੇ ਨੇ ਇੰਡੀਆ ਦੇ ਵਿੱਚ ਜਿੱਥੇ ਹਿੰਦੂ ਘੱਟ ਗਿਣਤੀ ਆ, ਤੇ ਉੱਥੇ ਹਿੰਦੂ ਨੂੰ ਬਹੁ ਗਿਣਤੀ ਕਰੋ ਜਾਂ ਮਤਲਬ ਦੂਜੀ ਜਿਹੜੀ ਵਸੋਂ ਘਟਾਈ ਜਾਵੇ। ਸੋ ਉਹਦੇ ਵਿੱਚ ਪੰਜਾਬ ਵੀ ਆਉਂਦਾ, ਕਸ਼ਮੀਰ ਵੀ ਆਉਂਦਾ। ਕਸ਼ਮੀਰ ਨਾਲ ਤਾਂ 370 ਤੋੜ ਕੇ ਉਹਨਾਂ ਨੇ ਇਹੀ ਕੰਮ ਕਰਨਾ। ਤੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਸਿੱਖ ਵਸੋਂ ਦਾ ਮਜ਼ਬੂਤ ਹੋਣਾ ਤੇ ਰਹਿਣਾ, ਇੱਥੇ ਜਿਹੜੇ ਵਿਖੜੇ ਹਾਲਾਤ ਆ, ਮਾੜੇ ਹਾਲਾਤ ਨੇ, ਮਤਲਬ ਬੇਰੁਜ਼ਗਾਰੀ ਆ ਜਾਂ ਸਮਾਜਿਕ ਲੈਵਲ ਤੇ ਅਸੀਂ ਹਲੇ ਉਹਨੇ ਅਸਲ 'ਚ ਕੀ ਆ ਕਿ ਸਾਡਾ ਜਿਹੜਾ ਨਾ ਪਿਛਲਾ ਇਕਨੋਮਿਕ ਸਟੇਟਸ ਆ ਉਹ ਉੱਠ ਗਿਆ, ਹੁਣ ਉਹਨੂੰ ਮੇਨਟੇਨ ਰੱਖਣਾ ਔਖਾ ਹੋ ਰਿਹਾ। ਇਸ ਕਰਕੇ ਸਾਡਾ ਪ੍ਰਭਾਸ ਹੋ ਰਿਹਾ। ਬੰਦਾ ਚਾਹੁੰਦਾ ਹੁੰਦਾ ਕਿ ਜੇ ਮੈਂ ਅੱਗੇ ਨਹੀਂ ਜਾ ਸਕਦਾ ਘੱਟੋ ਘੱਟ ਪਿੱਛੇ ਵੀ ਨਾ ਜਾਵਾਂ। ਪਰ ਉਹਨਾਂ ਨੂੰ 18ਵੀਂ ਸਦੀ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਜਦੋਂ ਸਿੱਖਾਂ ਨੇ ਦਰਖਤਾਂ ਦੇ ਪੱਤੇ ਖਾ ਕੇ ਵੀ ਜਿਹੜਾ ਹੈਗਾ ਆਪਣਾ ਸੋਵਰੈਂਟੀ ਦਾ ਦਾਅਵਾ ਕਾਇਮ ਰੱਖਿਆ। ਨਹੀਂ, ਇਹ ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਜਿਹੜੀ ਇਹ ਸਾਰੀ ਗੱਲਬਾਤ ਹੋਈ ਆ, ਕੁਝ ਸਵਾਲ ਸੀ ਮੇਰੇ ਜ਼ਿਹਨ 'ਚ, ਹੋਰ ਵੀ ਇੰਟਰਵਿਊਜ਼ ਅਸੀਂ ਕੀਤੀਆਂ ਨੇ ਖਾਸ ਕਰਕੇ ਇਸ ਸਿਆਸੀ ਤਬਦੀਲੀ ਬਾਰੇ, ਕਿਉਂਕਿ ਸਾਡੇ ਖਿੱਤੇ ਦੇ ਗੁਆਂਢ 'ਚ ਵੱਡੀ ਸਿਆਸੀ ਤਬਦੀਲੀ ਹੋ ਰਹੀ ਆ ਤੇ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ ਖਾਸ ਕਰਕੇ ਜਿਹੜੀਆਂ ਸਿੱਖ ਸਿਆਸਤ ਨਾਲ ਜੁੜੀਆਂ ਹੋਈਆਂ ਨੇ ਤੇ ਖਾਸ ਕਰਕੇ ਉਹ ਸ਼ਖਸੀਅਤਾਂ ਜਿਹੜੀਆਂ ਕਿ ਸਿੱਖ ਸੋਵਰੇਨਿਟੀ ਵਾਲੀ ਸਿਆਸਤ ਨਾਲ ਜੁੜੀਆਂ ਹੋਈਆਂ ਨੇ ਕਿ ਉਹਨਾਂ ਦਾ ਕੀ ਨਜ਼ਰੀਆ ਆ ਇਸ ਸਿਆਸੀ ਤਬਦੀਲੀ ਬਾਰੇ, ਉਹ ਕੀ ਸੋਚ ਰਹੇ ਆ। ਤੇ ਅੱਜ ਤੁਹਾਡੇ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਤੇ ਬੜੀ ਵਧੀਆ ਗੱਲਬਾਤ ਰਹੀ ਆ। ਸਾਡੇ ਲਈ ਇਹ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਤੋਂ ਵੀ ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਇਹ ਸਾਡੀਆਂ ਇੰਟਰਵਿਊਜ਼ ਨੇ ਜਾਂ ਸਾਡੇ ਪ੍ਰੋਗਰਾਮ ਨੇ, ਇਹ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਅਹਿਮ ਮਸਲੇ ਨੇ, ਜਿਹੜੇ ਸਾਡੀ ਸਿਆਸਤ ਨੂੰ, ਸਾਡੇ ਸਮਾਜ ਨੂੰ ਜਾਂ ਜਿਹੜੀ ਸਾਡੀ ਆਰਥਿਕਤਾ ਆ, ਸਾਡੀ ਜੀਵਨ ਜਾਂਚ ਆ, ਸਾਡੀ ਤਰਜ਼ੇ ਜ਼ਿੰਦਗੀ ਆ, ਉਹ ਸਾਰੀ ਨੂੰ ਜਿਹੜੇ ਮਸਲੇ ਇਫੈਕਟ ਕਰਦੇ ਹੋਣ, ਅਸੀਂ ਉਹਨਾਂ ਰੀਅਲ ਇਸ਼ੂਜ਼ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਜਿਹੜੇ ਸੂਝਵਾਨ ਲੋਕ ਨੇ, ਵਿਦਵਾਨ ਨੇ,
ਆਗੂ ਨੇ, ਐਕਟਿਵਿਸਟ ਨੇ, ਉਹਨਾਂ ਦੇ ਵਿਚਾਰ, ਉਹਨਾਂ ਦਾ ਨਜ਼ਰੀਆ ਤੁਹਾਡੇ ਸਾਹਮਣੇ ਰੱਖੀਏ। ਤਾਂ ਇਹ ਕਾਰਜ ਜੇ ਤੁਸੀਂ ਸਾਡੀਆਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓਗੇ ਤਾਂ ਤੁਸੀਂ ਵੀ ਸਾਡੇ ਨਾਲ ਇੱਕ ਸੇਵਾ ਵਿੱਚ ਯੋਗਦਾਨ ਪਾਓਗੇ। ਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਗਾਂ ਤੁਸੀਂ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਵੀ ਪੁੱਜਦਾ ਕਰਨ 'ਚ ਸਾਡੀ ਮਦਦ ਕਰੋਗੇ। ਤੇ ਪ੍ਰਭਜੋਤ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਤੇ ਆਸ ਕਰਦੇ ਹਾਂ ਕਿ ਅਗਲੀ ਵਾਰ ਕਿਸੇ ਹੋਰ ਨਵੇਂ ਵਿਸ਼ੇ ਤੇ ਅਸੀਂ ਇਸੇ ਤਰ੍ਹਾਂ ਬੈਠ ਕੇ ਗੱਲਬਾਤ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਐਡੀ ਦੂਰੋਂ ਤੁਰ ਕੇ ਆਏ ਹੋ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਵੀ ਧੰਨਵਾਦ। ਮਿਲਦੇ ਹਾਂ ਅਗਲੇ ਪ੍ਰੋਗਰਾਮ ਤੇ ਕਿਸੇ ਹੋਰ ਮਹਿਮਾਨ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।